ਉਹਨਾਂ ਦਾ ਬਾਬਰਸ਼ਾਹੀ ਰਵੱਈਆ। ਇੱਕ ਪਾਸੇ ਤਾਂ ਆਪਾਂ ਬਗਲ ਮੂੰਹ ਮੇ ਰਾਮ ਰਾਮ ਤੇ ਬਗਲ ਮੇ ਛੁਰੀ ਵਾਲਾ ਕੰਮ ਉਹਨਾਂ ਨੇ ਕੀਤਾ। ਕੀ ਵਜ੍ਹਾ ਰਹੀ ਸੀ ਕਿ ਉਹ ਪੋਸਟਰ ਲਾਉਣਾ ਪਿਆ ਸੀ? ਦੇਖੋ ਇਹਦੇ ਵਿੱਚ ਮੈਂ ਤਾਂ ਉਹਨਾਂ ਦੇ ਸੌੜੇ ਹਿੱਤ ਤੇ ਉਹਨਾਂ ਦੀ ਰਾਜਨੀਤੀ ਇਹ ਵਜ੍ਹਾ ਸਮਝਦਾ ਵਾਂ, ਕਿਉਂਕਿ ਨਾ ਹੀ ਗੁਰੂ ਨਾਨਕ ਮੋਦੀਖਾਨੇ ਨੂੰ ਕਿਸੇ ਨੇ ਟਾਰਗੇਟ ਕੀਤਾ ਤੇ ਨਾ ਹੀ ਕਿਸੇ ਦੀ ਐਡੀ ਜ਼ੁਰਤ ਤੇ ਔਕਾਤ ਆ ਕਿ ਗੁਰੂ ਨਾਨਕ ਦੇ ਘਰ ਨੂੰ ਕੋਈ ਟਾਰਗੇਟ ਜਾਂ ਚੈਲੰਜ ਕਰ ਸਕੇ। ਜਦੋਂ ਤੁਸੀਂ ਆਪਣੇ ਸੌੜੇ ਹਿੱਤਾਂ ਲਈ, ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਇਦਾਂ ਦੀਆਂ ਕੋਛੀਆਂ ਹਰਕਤਾਂ, ਇਦਾਂ ਦੀਆਂ ਹੋਛੀਆਂ ਹਰਕਤਾਂ ਕਰਦੇ ਹੋ ਤਾਂ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਹੀ ਚਾਹੀਦਾ। ਦੇਖੋ ਇਲਜ਼ਾਮ ਸਾਡੇ ਤੇ ਨਹੀਂ ਲੱਗਿਆ, ਇਲਜ਼ਾਮ ਲੱਗਿਆ ਫਾਰਮਾਸਿਸਟ ਤੇ ਹੁੰਦੇ ਨੇ ਤੇ ਬਾਕੀ ਸਾਰੇ ਝੂਠੇ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਜੀ, ਉਹ ਮੂੰਹ ਦੀ ਖਾਈ ਖੱਟੀ ਵੀ ਖਾਂਦੇ ਨੇ, ਗੱਲਾਂ ਦੀ ਖੱਟੀ ਵੀ ਖਾਂਦੇ ਨੇ। ਜੇ ਐਕਚੁਅਲ ਦੇ ਵਿੱਚ ਜ਼ਮੀਨੀ ਲੈਵਲ ਤੇ ਕੰਮ ਕੀਤਾ ਹੁੰਦਾ, ਜ਼ਮੀਨੀ ਲੈਵਲ ਤੇ ਸੇਵਾ ਕੀਤੀ ਹੁੰਦੀ ਤੇ ਆਹ ਦਿਨ ਦੇਖਣਾ ਨਾ ਪੈਂਦਾ। ਜਿਹੜਾ ਗੁਰੂ ਨਾਨਕ ਮੋਦੀਖਾਨੇ ਦਾ ਪ੍ਰੋਜੈਕਟ ਆ ਬਲਜਿੰਦਰ ਸਿੰਘ ਜਿੰਦੂ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਸੀ, ਇਹ ਸਮੁੱਚੀ ਸਿੱਖ ਵੈਲਫੇਅਰ ਕੌਂਸਲ ਦੀ ਟੀਮ ਵੱਲੋਂ ਸ਼ੁਰੂ ਕੀਤਾ ਗਿਆ ਸੀ। ਖੂਹ ਫੁਲਕਾਰੀ, ਸੱਥ ਕਬੱਡੀ, ਤੀਆਂ ਚੌਂਕੇ ਚੁੱਲ੍ਹੇ, ਨਾਨਕ ਪੀਲੂ, ਫਜ਼ਲ ਦਮੋਦਰ, ਵਾਰਸ ਹਾਕਮ ਬੁੱਲੇ, ਰੋਜੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ, ਪਰ ਕੋਈ ਵੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਾ ਭੁੱਲੇ। ਪਰ ਅੱਜ ਬੜੀ ਨਮੋਸ਼ੀ ਨਾਲ ਤੇ ਬੜੇ ਭਰੇ ਹੋਏ ਮਨ ਨਾਲ ਕਹਿਣਾ ਪੈ ਰਿਹਾ, ਪੰਜਾਬੀ ਦਾ ਜਿਹੜਾ ਲੈਵਲ ਆ ਦਿਨੋਂ ਦਿਨ ਪੰਜਾਬੀ ਮਾਂ ਬੋਲੀ ਨੂੰ ਡੀਫੇਮ ਕਰਨ ਲਈ, ਨੀਵਾ ਦਿਖਾਉਣ ਲਈ ਇਦਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ। ਕਹਿੰਦੇ ਚੀ ਚੀ ਕਰਦੀ ਚਿੜੀਆਂ ਦਾ, ਚੀ ਚੀ ਕਰਦੀ ਚਿੜੀਆਂ ਦਾ, ਛਾਂ ਛਾਂ ਕਰਦੀ ਨਦੀਆਂ ਦਾ ਇੱਕ ਵੱਖਰਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਪੜ੍ਹਾਉਣਾ ਤਾਂ ਦੂਰ ਦੀ ਗੱਲ ਵੀ ਉਹ 6ਵੀਂ ਤੋਂ ਜਾਂ 7ਵੀਂ ਤੋਂ ਸ਼ੁਰੂ ਕਰਦੇ ਆ ਪੜ੍ਹਾਉਣਾ, ਹੈ ਨਾ, ਪੰਜਾਬੀ ਅੱਜ ਕੱਲ੍ਹ। ਪਰ ਜਦੋਂ ਬੱਚਾ ਆਪਸ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਗੱਲ ਕਰਦਾ ਨਾ ਤਾਂ ਉਹਨੂੰ ਜੁਰਮਾਨਾ ਲਾਇਆ ਜਾਂਦਾ। ਤੁਸੀਂ ਜਦੋਂ ਆਪਣੀ ਮਾਂ ਨੂੰ ਭੁੱਲ ਗਏ, ਮਾਂ ਨੂੰ ਤੁਸੀਂ ਠੋਕਰ ਮਾਰਤੀ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਜ ਵੀ ਠੋਕਰ ਵੱਜੀ ਹੈ ਤੇ ਕੱਲ੍ਹ ਵੀ ਠੋਕਰ ਵੱਜੀ। ਚਾਹੇ ਤੁਸੀਂ ਨਵੀਂ ਟੀਮ ਬਣਾਓ, ਚਾਹੇ ਨਵਾਂ ਫਾਰਮੇਸਿਸਟ ਰੱਖੋ, ਪਰ ਕਿਰਪਾ ਕਰਕੇ ਨਵੇਂ ਵਾਲੇ ਤੇ ਚੋਰੀ ਦਾ ਇਲਜ਼ਾਮ ਲਾ ਕੇ ਗਾਲਾਂ ਨਾ ਕੱਢਿਓ ਜਿਹੜੀ 2 ਮਹੀਨੇ ਤੁਸੀਂ ਹਰਕਤਾਂ। ਗੁਰੂ ਨਾਨਕ ਮੋਦੀਖਾਨੇ ਦੇ ਨਾਮ ਤੋਂ ਜਾਣੇ ਜਾਣ ਵਾਲੇ ਬਲਜਿੰਦਰ ਸਿੰਘ ਜਿੰਦੂ ਜਿਨ੍ਹਾਂ ਨੇ ਪਿੱਛੇ ਇੱਕ ਮੁਹਿੰਮ ਜ਼ਰੂਰ ਚਲਾਈ ਸੀ ਸਮਾਜ ਸੇਵਾ ਦੀ, ਲੇਕਿਨ ਉਸ ਤੋਂ ਬਾਅਦ ਅੱਜ ਸਵਾਲ ਬੜੇ ਉੱਠ ਰਹੇ ਨੇ ਉਹਨਾਂ ਤੇ। ਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਅੱਜ ਪਹੁੰਚੇ ਹੋਏ ਨੇ ਉਹਨਾਂ ਦੇ ਟੀਮ ਦੇ ਮੈਂਬਰ ਪ੍ਰਿੰਸ ਔਰ ਦਿਵਜੋਤ। ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਇਸ ਚੈਨਲ ਦੇ ਵਿੱਚ। ਤਾਂ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਨਤਮਸਤਕ ਹੋਣ ਆਏ ਹੋ ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਅੰਮ੍ਰਿਤਸਰ 'ਚ ਪਹੁੰਚੇ? ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਗੁਰੂ ਰਾਮਦਾਸ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਇਹ ਤਾਂ ਕੋਈ ਕਹਿਣ ਪੁੱਛਣ ਵਾਲੀ ਗੱਲ ਹੀ ਨਹੀਂ ਕਿੱਦਾਂ ਦਾ ਮਹਿਸੂਸ ਹੋ ਰਿਹਾ। ਅਸੀਂ ਹਮੇਸ਼ਾ ਹੀ ਇਸ ਦਰ ਨੂੰ ਸਮਰਪਿਤ ਹਾਂ ਤੇ ਜਦੋਂ ਵੀ ਸਮਾਂ ਮਿਲਦਾ ਆ, ਦਿਨ ਬ ਦਿਨ, ਹਫ਼ਤੇ ਬਾਅਦ, ਮਹੀਨੇ ਬਾਅਦ, ਜਦੋਂ ਵੀ ਸਮਾਂ ਮਿਲਦਾ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਲਈ ਪਹੁੰਚਦੇ ਹਾਂ ਵੀਰ ਜੀ। ਤਾਂ ਸਰ ਵਿਵਾਦ ਕਾਫੀ ਉੱਠ ਰਹੇ ਨੇ, ਕਾਫੀ NGOs 'ਤੇ ਵੀ ਉੱਠ ਰਹੇ ਨੇ। ਤਾਂ ਬਲਜਿੰਦਰ ਸਿੰਘ ਜਿੰਦੂ ਜਿਹੜੇ ਕਿ ਤੁਹਾਡੇ ਮੈਂਬਰਸ ਨੇ, ਜਿਹੜੇ ਤੁਹਾਡੇ ਨਾਲ ਹੀ ਹੁੰਦੇ ਨੇ, ਤਾਂ ਕਾਫੀ ਉਂਗਲਾਂ ਚੁੱਕੀਆਂ ਗਈਆਂ। ਕੀ ਵਜ੍ਹਾ ਰਹੀ ਹੈ, ਕਿਉਂ ਅਲੱਗ ਹੋਏ ਸੀ ਸਰ? ਦੇਖੋ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਜਾਂ ਕੋਈ ਵੀ ਸੇਵਾ ਆਰੰਭਦੇ ਹਾਂ ਨਾ, ਸਭ ਤੋਂ ਪਹਿਲਾ ਕਾਰਜ ਹੁੰਦਾ ਉਹਦੇ ਵਿੱਚ ਟਰਾਂਸਪੇਰੈਂਸੀ। ਕਿਉਂਕਿ ਜਦੋਂ ਵੀ ਆਪਾਂ ਕੋਈ ਸੇਵਾ ਆਰੰਭਦੇ ਹਾਂ, ਜੇ ਉਹ ਡੋਨੇਸ਼ਨ ਦੇ ਪੈਸੇ ਨਾਲ ਸੇਵਾ ਆਰੰਭੀ ਜਾਂਦੀ ਆ ਤਾਂ ਆਪਣਾ ਮੁੱਢਲਾ ਫਰਜ਼ ਬਣਦਾ ਤਾਂ ਕਿ ਆਪਾਂ ਸੰਗਤ ਨੂੰ ਜਿਹੜਾ ਵੀ ਲੈਣ ਦੇਣ, ਚਾਹੇ ਉਹ ਪੈਸਿਆਂ ਦਾ ਲੈਣ ਦੇਣਾ, ਚਾਹੇ ਉਹ ਕਿਸੇ ਵੀ ਚੀਜ਼ ਦਾ ਲੈਣ ਦੇਣਾ, ਚਾਹੇ ਉਹ ਵਸਤੂਆਂ ਦਾ ਲੈਣ ਦੇਣਾ, ਉਹਦਾ ਆਪਾਂ ਹਿਸਾਬ ਕਿਤਾਬ ਜਿਹੜਾ ਵੀ ਆ ਉਹ ਟਰਾਂਸਪੇਰੈਂਟ ਵੇ ਨਾਲ ਲੋਕਾਂ ਨੂੰ ਦਈਏ ਤਾਂ ਕਿ ਸਾਡੇ ਤੇ ਕੋਈ ਵੀ ਸਵਾਲ ਜਵਾਬ ਨਾ ਚੱਕੇ ਜਾਣ। ਜੋ ਵੀ ਅਸੀਂ ਸੇਵਾ ਕਰਦੇ ਹਾਂ ਇੱਕ ਬਹੁਤ ਹੀ ਵਧੀਆ ਢੰਗ ਨਾਲ ਤੇ ਸੁਚੱਜੇ ਸਿਸਟਮ ਨਾਲ ਕੀਤੀ ਜਾਵੇ। ਕਿਸ ਤਰੀਕੇ ਦੀ ਟਰਾਂਸਪੇਰੈਂਸੀ ਜਿਹੜੀ ਤੁਸੀਂ ਦੱਸਣ ਦੇ ਜੀ ਉਹ ਹੋਈ ਕਿਉਂ ਨਹੀਂ, ਤਾਂ ਕੀ ਵਜ੍ਹਾ ਰਹੀ ਹੈ? ਦੇਖੋ ਇਹ 'ਚ ਬਹੁਤ ਸਾਰੀਆਂ ਵਜ੍ਹਾਵਾਂ ਰਹੀਆਂ ਨੇ ਜਿਹਦੇ ਕਰਕੇ ਸਾਡੇ ਵਖਰੇਵੇਂ ਜਾਂ ਸਾਡਾ ਤੁਸੀਂ ਕਹਿ ਸਕਦੇ ਹੋ ਜਿਹੜਾ ਡਿਫਰੈਂਸ ਕ੍ਰੀਏਟ ਹੋਇਆ ਵਾ। ਜਿਹਦੇ ਵਿੱਚ ਸਭ ਤੋਂ ਵੱਡੀ ਇੱਕ ਵਜ੍ਹਾ ਰਹੀ ਆ ਉਹਨਾਂ ਦੀ ਤਾਨਾਸ਼ਾਹੀ, ਉਹਨਾਂ ਦਾ ਬਾਬਰਸ਼ਾਹੀ ਰਵੱਈਆ। ਇੱਕ ਪਾਸੇ ਤਾਂ ਆਪਾਂ ਬਗਲ ਮੂੰਹ ਮੇ ਰਾਮ ਰਾਮ ਤੇ ਬਗਲ ਮੇ ਛੁਰੀ ਵਾਲਾ ਕੰਮ ਉਹਨਾਂ ਨੇ ਕੀਤਾ। ਸੰਗਤ ਨੂੰ ਤਾਂ ਆਪਾਂ ਰੋਜ਼ ਲਾਈਵ ਹੋ ਕੇ ਕਹਿ ਰਹੇ ਹਾਂ ਵੀ ਆਪਾਂ ਨਿਮਰਤਾ ਨਾਲ ਇਹ ਸੇਵਾ ਆਰੰਭੀ ਆ, ਗੁਰੂ ਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਪਏ ਆ। ਪਰ ਜੇ ਤੁਸੀਂ ਪਰਦੇ ਦੇ ਪਿੱਛੇ ਵਾਲੀ ਅਸਲੀਅਤ ਦੇਖੋ ਤੇ ਉਹ ਹੋਰ ਚੀਜ਼ ਆ, ਪਰਦੇ ਦੇ ਪਿੱਛੇ ਵਾਲੀ ਜਿਹੜੀ ਸ਼ਕਲ ਆ ਉਹ ਹੋ ਰਿਹਾ। ਇੱਥੇ ਹਮੇਸ਼ਾ ਸਾਡੇ ਵੱਲੋਂ ਕਿਹਾ ਜਾਂਦਾ ਸੀ ਸਰਦਾਰ ਸਾਹਿਬ ਇੱਕ ਆਪਾਂ ਟੀਮ ਬਣਾਈਏ, ਇੱਕ ਆਪਾਂ ਸਿਸਟਮ ਬਣਾਈਏ ਜਿਹੜੇ ਸਿਸਟਮ ਦੇ ਤਹਿਤ ਆਪਾਂ ਕੰਮ ਕਰੀਏ। ਚਲੋ ਜਿੰਨਾ ਵੀ ਸਾਡੇ ਵੱਲੋਂ ਕਿਹਾ ਜਾਂਦਾ ਸੀ ਉਹਨੂੰ ਅੱਖੀਂ ਉਹਲੇ ਕਰਕੇ ਹਮੇਸ਼ਾ 1 ਮੈਨ ਆਰਮੀ ਵਾਲਾ ਕੰਮ ਕੀਤਾ ਜਾਂਦਾ ਸੀ। ਨਾ ਹੀ ਕੋਈ ਡੋਨੇਸ਼ਨਾਂ ਦਾ ਹਿਸਾਬ ਸੀ, ਨਾ ਹੀ ਕੋਈ ਸਿਸਟਮ ਸੀ, ਨਾ ਹੀ ਕੋਈ ਮੈਨੇਜਮੈਂਟ ਸੀ। ਸਾਡੀ ਲੜਾਈ ਤਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ ਜਿਹੜੀ ਪੰਥ ਦੀ ਲੜਾਈ ਆ ਉਹ ਸਿਸਟਮ ਦੇ ਖਿਲਾਫ, ਉਹ ਬਾਬਰਸ਼ਾਹੀ ਦੇ ਖਿਲਾਫ ਤੇ ਉਹ ਤਾਨਾਸ਼ਾਹੀ ਦੇ ਖਿਲਾਫ ਰਹੀ ਆ ਤੇ ਹੁਣ ਅੱਗੇ ਵੀ ਇੱਦਾਂ ਹੀ ਜਾਰੀ ਰਹੂਗੀ। ਪ੍ਰਿੰਸ ਜੀ ਲਗਾਤਾਰ ਤੁਹਾਡੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬਲਜਿੰਦਰ ਜਿਹੜੇ ਨੇ ਉਹ ਗਾਲਾਂ ਕੱਢਦੇ ਨੇ, ਤਾਂ ਗਾਲਾਂ ਕੱਢਣ ਦੀ ਕੀ ਵਜ੍ਹਾ ਸੀ? ਦੇਖੋ ਹੁਣ ਜਿਹੜੀ ਗਾਲਾਂ ਕੱਢਣ ਦੀ ਵਜ੍ਹਾ ਇਹ ਤਾਂ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਆ ਨਾ। ਇਹ ਤਾਂ ਹੁਣ ਉਹ ਆਪ ਦੱਸ ਸਕਦੇ ਆ ਵੀ ਗਾਲਾਂ ਕੱਢਣ ਦੀ ਵਜ੍ਹਾ ਕੀ ਹੋ ਸਕਦੀ ਆ। ਜੇ ਕਿਸੇ ਸਿਸਟਮ ਦੇ ਵਿੱਚ, ਜੇ ਕਿਸੇ ਮੈਨੇਜਮੈਂਟ ਵਿੱਚ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਕੋਈ ਕਮੀ ਆ, ਤੁਸੀਂ ਉਹਦੀ ਕਮੀ ਕੱਢ ਸਕਦੇ ਹੋ। ਤੁਹਾਨੂੰ ਕੋਈ ਅਧਿਕਾਰ ਨਹੀਂ ਦਿੰਦਾ,
ਕੋਈ ਵੀ ਜਾਣਾ ਤੁਹਾਨੂੰ ਕੋਈ ਵੀ ਅਧਿਕਾਰ ਨਹੀਂ ਦਿੰਦਾ ਵੀ ਆਪਾਂ ਕਿਸੇ ਨੂੰ ਗਾਲਾਂ ਕੱਢੀਏ ਜਾਂ ਕਿਸੇ ਦੀ ਬੇਇੱਜ਼ਤੀ ਕਰੀਏ, ਉਹ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਜਦੋਂ ਆਪਾਂ ਐਡਾ ਵੱਡਾ ਕਾਰਜ ਸ਼ੁਰੂ ਕੀਤਾ ਹੋਇਆ। 21 ਅਗਸਤ ਨੂੰ ਮੋਦੀਖਾਨਾ ਬੰਦ ਵੀ ਹੋਇਆ ਸੀ ਤਾਂ ਉੱਤੇ ਬਾਹਰ ਇੱਕ ਪੋਸਟਰ ਵੀ ਲੱਗਾ ਸੀ, ਕੀ ਵਜ੍ਹਾ ਰਹੀ ਸੀ ਕਿ ਉਹ ਪੋਸਟਰ ਲਾਉਣਾ ਪਿਆ ਸੀ? ਦੇਖੋ ਇਹਦੇ ਵਿੱਚ ਮੈਂ ਤਾਂ ਉਹਨਾਂ ਦੇ ਸੌੜੇ ਹਿੱਤ ਤੇ ਉਹਨਾਂ ਦੀ ਰਾਜਨੀਤੀ ਇਹ ਵਜ੍ਹਾ ਸਮਝਦਾ ਵਾਂ, ਕਿਉਂਕਿ ਨਾ ਹੀ ਗੁਰੂ ਨਾਨਕ ਮੋਦੀਖਾਨੇ ਨੂੰ ਕਿਸੇ ਨੇ ਟਾਰਗੇਟ ਕੀਤਾ ਤੇ ਨਾ ਹੀ ਕਿਸੇ ਦੀ ਐਡੀ ਜ਼ੁਰਤ ਤੇ ਔਕਾਤ ਆ ਕਿ ਗੁਰੂ ਨਾਨਕ ਦੇ ਘਰ ਨੂੰ ਕੋਈ ਟਾਰਗੇਟ ਜਾਂ ਚੈਲੰਜ ਕਰ ਸਕੇ। ਜਦੋਂ ਤੁਸੀਂ ਆਪਣੇ ਸੌੜੇ ਹਿੱਤਾਂ ਲਈ, ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਇਦਾਂ ਦੀਆਂ ਕੋਛੀਆਂ ਹਰਕਤਾਂ, ਇਦਾਂ ਦੀਆਂ ਹੋਛੀਆਂ ਹਰਕਤਾਂ ਕਰਦੇ ਹੋ ਤਾਂ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਹੀ ਚਾਹੀਦਾ, ਕਿਉਂਕਿ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਕੋਈ ਕਾਰਜ ਤੇ ਕੋਈ ਸੇਵਾ ਸ਼ੁਰੂ ਕੀਤੀ ਆ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਰਾਜਨੀਤੀ ਦਾ ਕੰਮ ਆ। ਉਹ ਸੇਵਾ ਨਿਰਜ ਸਵਾਰਥ ਹੀ ਚੱਲਣੀ ਚਾਹੀਦੀ ਹੈ ਅੱਗੇ। ਤਾਂ ਬਿਲਕੁਲ ਵਿਦੇਸ਼ਾਂ 'ਚੋਂ ਫੰਡਿੰਗ ਦਾ ਮਾਮਲਾ ਤਾਂ ਨਹੀਂ ਹੈ ਕਿਤੇ ਲਗਾਤਾਰ? ਬਿਲਕੁਲ ਜੀ, ਬਹੁਤ ਸਾਰੀਆਂ ਸੰਸਥਾਵਾਂ ਤੇ ਸਵਾਲ ਚੁੱਕੇ ਜਾ ਰਹੇ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਵੀਰ ਇਦਾਂ ਦੇ ਨੇ ਜਿਹੜੇ ਲਾਈਵ ਹੋ ਕੇ ਲੋਕਾਂ ਦੇ ਸਾਹਮਣੇ ਰੂਬਰੂ ਹੋ ਕੇ ਆਪਣਾ ਜੋ ਵੀ ਡੋਨੇਸ਼ਨ ਆਉਂਦਾ ਉਹਨਾਂ ਨੂੰ ਜੋ ਵੀ ਉਹ ਸਿਸਟਮ ਨਾਲ ਕੰਮ ਕਰਦੇ ਨੇ ਉਹ ਹਿਸਾਬ ਦੇ ਰਿਹਾ। ਸਾਡੇ ਵੱਲੋਂ ਵੀ ਸਾਰੀ ਟੀਮ ਵੱਲੋਂ ਵੀਰਾਂ ਵੱਲੋਂ ਇੱਕ ਸਵਾਲ ਕੀਤੇ ਗਏ ਸੀ, ਉਹਨਾਂ ਦੇ ਸਵਾਲਾਂ ਦੇ ਰੂਪ ਵਿੱਚ ਜਿਹੜਾ ਸਾਡੇ ਪਰਸਨਲ ਸਾਡੇ ਤੇ ਅਟੈਕ ਕੀਤਾ ਗਿਆ, ਸਾਡੇ ਪਰਿਵਾਰਾਂ ਨੂੰ ਉਸ ਚੀਜ਼ 'ਚ ਘੜੀਸਿਆ ਗਿਆ। ਇਹ ਤੁਸੀਂ ਸੰਗਤ ਹੁਣ ਬਹੁਤ ਸਿਆਣੀ ਅੱਜ ਕੱਲ੍ਹ, ਜਦੋਂ ਵੀ ਕੋਈ ਕਿਸੇ ਤੇ ਟਾਰਗੇਟ ਕਰਦਾ, ਕਿਸੇ ਤੋਂ ਡੋਨੇਸ਼ਨ ਦਾ ਹਿਸਾਬ ਮੰਗਦਾ, ਕੋਈ ਜਿਹੜਾ ਵੀ ਤੁਹਾਡੇ ਕੋਲ ਫੰਡ ਆਇਆ ਉਹਦਾ ਹਿਸਾਬ ਮੰਗਦਾ, ਤਾਂ ਇਹ ਲੋਕ ਛੋਟੀਆਂ ਹਰਕਤਾਂ ਤੇ ਆ ਜਾਂਦੇ ਨੇ, ਇਹ ਲੋਕ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨ ਲੱਗ ਜਾਂਦੇ ਨੇ। ਤਾਂ ਪ੍ਰਿੰਸ ਜੀ, ਮੇਰਾ ਇੱਕ ਸਵਾਲ ਹੈ ਕਿ ਤੁਹਾਨੂੰ ਪ੍ਰੋਬਲਮ ਜਿੰਦੂ ਤੋਂ ਸੀ ਜਾਂ ਫਿਰ ਟੀਮ ਤੋਂ? ਟੀਮ ਤਾਂ ਅੱਜ ਵੀ ਸਾਰੀ ਨਾਲ ਹੈ ਨਾ। ਜੇ 30 ਜਣਿਆਂ ਦੀ ਗੁਰੂ ਨਾਨਕ ਮੋਦੀਖਾਨੇ ਦੀ ਟੀਮ ਸੀ, 28 ਜਣੇ ਤਾਂ ਅੱਜ ਵੀ ਨਾਲ ਨੇ। ਜਿਹੜੇ ਇੱਕ ਵੀਰ ਅਮਰਤਪਾਲ ਸਿੰਘ ਜਿੰਦੂ ਜੀ ਨਾਲ ਸੀਗੇ ਪਹਿਲਾਂ, ਉਹ ਵੀ ਅਸਤੀਫਾ ਦੇ ਗਏ ਨੇ। ਇਕੱਲੇ ਕਹਿ ਰਹੇ ਤਾਂ ਬਲਜਿੰਦਰ ਸਿੰਘ ਜਿੰਦੂ ਜੀ ਹੋਇਆ ਨਾ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ ਸਾਹਿਬ ਜੀ ਦੇ ਓਟ ਆਸਰੇ ਨਾਲ ਟੀਮ ਤਾਂ ਸਾਰੀ ਅੱਜ ਵੀ ਯੂਨਾਈਟ ਆ। ਕੋਈ ਇੱਕ ਬੰਦਾ ਗਲਤ ਹੋ ਜਿਹੜੀ ਸਕਦਾ। ਕੌਂਸਲ ਜਿਹੜੀ NGO ਸੀ ਉਹ ਰਜਿਸਟਰਡ ਨਹੀਂ ਸੀ ਹੋਈ, ਕੀ ਵਜ੍ਹਾ ਸੀ? ਇਹਦੇ ਬਾਰੇ ਤਾਂ ਬਲਜਿੰਦਰ ਸਿੰਘ ਜਿੰਦੂ ਜੀ ਦੱਸ ਸਕਦੇ ਆ। ਸਾਡੇ ਵੱਲੋਂ ਤਾਂ ਇਹ ਕਿਹਾ ਜਾਂਦਾ ਸੀ ਜੇ ਤਾਂ ਇਹ ਸੰਸਥਾ ਨਹੀਂ ਰਜਿਸਟਰਡ ਹੈਗੀ, ਆਪਾਂ ਇਹਨੂੰ ਰਜਿਸਟਰਡ ਕਰੀਏ, ਇੱਕ ਸਿਸਟਮ ਦੇ ਵਿੱਚ, ਇੱਕ ਸਿਸਟਮ ਦੇ ਤਹਿਤ ਕੰਮ ਕਰੀਏ, ਤਾਂ ਕਿ ਆਪਾਂ ਨੂੰ ਅੱਗੇ ਉਹ ਜਿਹੜੇ ਲੋਕਾਂ ਦੇ ਸਵਾਲ ਨੇ ਉਹਨਾਂ ਨੂੰ ਜਵਾਬ ਦੇਣ 'ਚ ਕੋਈ ਔਖਿਆਈ ਜਾਂ ਪਰੇਸ਼ਾਨੀ ਨਾ ਆ ਸਕੇ। ਤਾਂ ਆਖਿਰਕਾਰ ਅਲੱਗ ਹੋਣ ਦੀ ਲਾਸਟ ਵਜ੍ਹਾ ਕੀ ਰਹੀ, ਕਿਉਂਕਿ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ ਹੈ? ਕਿ ਗਾਲਾਂ ਕੱਢਣ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ? ਸਾਰੀਆਂ ਜਿੰਨੀਆਂ ਵਜ੍ਹਾ ਤੁਹਾਨੂੰ ਮੈਂ ਦੱਸੀਆਂ ਨੇ, ਚਾਹੇ ਉਹਨਾਂ ਦਾ ਇਹ ਤਾਨਾਸ਼ਾਹੀ ਰਵੱਈਆ ਹੋਵੇ, ਚਾਹੇ ਉਹਨਾਂ ਦੀ ਬਾਬਰਸ਼ਾਹੀ ਹੋਵੇ, ਚਾਹੇ ਜਿਹੜਾ ਡੋਨੇਸ਼ਨਾਂ ਦਾ ਚੱਕਰ ਹੋਵੇ, ਚਾਹੇ ਸਿਸਟਮ ਬਣਾਉਣ ਦੀ ਗੱਲ ਹੋਵੇ, ਇਹ ਸਾਰੀਆਂ ਵਜ੍ਹਾਵਾਂ ਰਹੀਆਂ ਵੀਰੇ, ਜਿਹਦੇ ਕਰਕੇ ਅਸੀਂ ਅੱਜ ਇੱਕ ਅਲੱਗ ਥਾਂ। ਪ੍ਰਦੀਪ ਜੋਤ ਸਾਡੇ ਨਾਲ ਮੌਜੂਦ ਨੇ। ਸਰ, ਮੇਰਾ ਇੱਕ ਸਵਾਲ ਹੈ ਜੀ, ਗੋਲਖ ਨੂੰ ਲੈ ਕੇ ਬੜਾ ਸਵਾਲ ਉੱਠ ਰਹੇ ਸੀ ਕਿ ਕੀ ਵਿਵਾਦ ਕੀ ਰਿਹਾ ਗੋਲਖ ਦਾ, ਕਿ ਪੈਸੇ ਵਗੈਰਾ ਕੱਢੇ ਗਏ ਸੀ ਉਹਦੇ 'ਚ? ਨਹੀਂ, ਦੇਖੋ, ਗੋਲਕ ਦਾ ਵਿਵਾਦ ਇਸ ਤਰ੍ਹਾਂ ਨਹੀਂ ਸੀ ਕਿ ਪੈਸੇ ਕੱਢੇ ਗਏ ਸੀਗੇ। ਗੋਲਕ ਦਾ ਵਿਵਾਦ ਇੱਕ ਤਰ੍ਹਾਂ ਇਸ ਕਰਕੇ ਸੀਗਾ ਕਿ ਅਗਰ ਗੋਲਕ ਆ ਰਹੀ ਹੈ ਤਾਂ ਫਿਰ ਘਾਟਾ ਕਿੱਦਾਂ ਹੋ ਸਕਦਾ ਹੈ, ਕਿਉਂਕਿ ਦਵਾਈ ਜਿਹੜੀ ਹੈ ਉਹ ਤਾਂ ਰੇਟ ਟੂ ਰੇਟ ਰੋਟੇਟ ਹੋ ਰਹੀ ਹੈ ਨਾ। ਅੱਜ ਦਵਾਈ 2 ਲੱਖ ਦੀ ਆਈ ਤਾਂ 2 ਲੱਖ ਦੀ ਸੇਲ ਹੋ ਗਈ, ਨਵੀਂ ਦਵਾਈ 2 ਲੱਖ ਦੀ ਆ ਗਈ, ਤੇ ਫਿਰ ਨਾਲ ਗੋਲਕ ਵੀ ਆ ਰਹੀ ਹੈ ਹਰ ਮਹੀਨੇ, ਹੈ ਨਾ। ਫਿਰ ਅਸੀਂ ਹਰ ਮਹੀਨੇ ਫਾਰਮਾਸਿਸਟ ਨੂੰ ਗੰਦੀਆਂ ਮਾਂ ਭੈਣ ਦੀਆਂ ਗਾਲਾਂ ਕੱਢਣ ਤੋਂ ਬਾਅਦ ਇੱਦਾਂ ਕਿਵੇਂ ਕਹਿ ਸਕਦੇ ਹਾਂ ਕਿ ਤੂੰ 5 ਲੱਖ ਰੁਪਏ ਦਾ ਘਾਟਾ ਪਾਤਾ। ਸੋ ਗੋਲਕ ਦੀ ਗੱਲ ਉੱਥੋਂ ਸ਼ੁਰੂ ਹੋਈ। ਜਾਂ ਤਾਂ ਗੋਲਕ ਨੂੰ ਫਿਰ ਦਵਾਈਆਂ ਵਾਲੇ ਪਾਸੇ ਲਾਇਆ ਨਹੀਂ ਗਿਆ, ਹੈ ਨਾ, ਤੇ ਜਾਂ ਲਾਇਆ ਗਿਆ ਉਹ ਵੀ ਤੁਸੀਂ ਕਹਿ ਰਹੇ ਹੋ ਘਾਟਾ ਪੈ ਗਿਆ। ਉਹ ਕਿਵੇਂ ਹੋ ਸਕਦਾ ਹੈ? ਦਵਾਈਆਂ ਰੇਟ ਟੂ ਰੇਟ ਰੋਟੇਟ ਹੋ ਗਈਆਂ, ਗੋਲਕ ਵੀ ਆ ਗਈ, ਫਿਰ 5 ਲੱਖ ਦਾ ਨਹੀਂ, ਫਿਰ ਤਾਂ 10 ਲੱਖ ਦਾ ਘਾਟਾ ਹੋਇਆ। ਫਿਰ ਤਾਂ ਤੁਸੀਂ 10 ਲੱਖ ਦਾ ਰੌਲਾ ਪਾਉਣਾ ਚਾਹੀਦਾ ਕਿ 10 ਲੱਖ ਦਾ ਘਾਟਾ ਹੋ ਗਿਆ। ਹਰ ਮਹੀਨੇ 5 ਲੱਖ ਦਾ ਰੌਲਾ ਹੀ ਕਿਉਂ ਪੈਂਦਾ ਸੀਗਾ ਪਹਿਲੇ ਮਹੀਨੇ? ਪਰ ਫ੍ਰੀ ਦਵਾਈਆਂ ਦੀ ਗੱਲ ਤਾਂ ਕੀਤੀ ਜਾ ਰਹੀ ਸੀ ਕਿ ਫ੍ਰੀ ਦਵਾਈਆਂ ਵੀ ਜ਼ਰੂਰ ਦਿੱਤੀਆਂ ਜਾਂਦੀਆਂ ਨੇ। ਅਸਲ ਅਸੀਂ ਦੇਖਿਆ ਵੀ ਹੈ ਕਿ ਜਿੰਦੂ ਸਾਹਿਬ ਜਿਹੜੇ ਨੇ ਫ੍ਰੀ ਦਵਾਈ ਵੀ ਜ਼ਰੂਰ ਦੇ ਦਿੰਦੇ ਨੇ, ਤਾਂ ਫਿਰ ਇਹ ਰੌਲਾ ਕਿਸ ਗੱਲ ਦਾ ਸੀ? ਦੇਖੋ, ਜਦੋਂ ਫ੍ਰੀ ਦਵਾਈ ਦੇਣ ਦਾ ਮਸਲਾ ਆਉਂਦਾ, ਤੁਸੀਂ ਫ੍ਰੀ ਦਵਾਈ ਵੀ ਦੇ ਰਹੇ ਹੋ ਕੁਛ, ਫਿਰ ਜਦੋਂ ਤੁਹਾਨੂੰ ਕੋਈ ਦਵਾਈ ਮਾਰਕੀਟ ਰੇਟ ਦੇ ਬਰਾਬਰ ਮਿਲ ਰਹੀ ਹੈ, ਮਤਲਬ ਮਾਰਕੀਟ 'ਚ ਵੀ 17% ਲੈਸ ਤੇ ਆ ਰਹੀ ਹੈ, ਗੁਰੂ ਨਾਨਕ ਮੋਦੀਖਾਨੇ ਨੂੰ ਵੀ 17% ਲੈਸ ਤੇ ਆ ਰਹੀ ਹੈ, ਫਿਰ ਤੁਸੀਂ ਕਹਿੰਦੇ ਹੋ ਕਿ ਬਾਕੀ ਤਾਂ 17 ਹੀ ਵੇਚ ਰਿਹਾ, ਸਾਨੂੰ 17 ਆਈ ਹੈ, 27 ਤੇ ਦੇ ਦਿਓ, 27% ਲੈਸ ਤੇ ਦੇ ਦਿਓ। ਫਿਰ ਘਾਟਾ ਤਾਂ ਥੋੜਾ ਬਹੁਤਾ ਤਾਂ ਆਪੇ ਹੀ ਪੈਣਾ ਨਾ। ਤੁਸੀਂ ਖੁਦ ਹੀ ਕਹਿ ਰਹੇ ਹੋ ਕਿ 5 ਲੱਖ ਦਾ ਘਾਟਾ। ਹਾਂ, ਉਹੀ ਗੱਲ ਹੈ ਨਾ, ਬਾਰ-ਬਾਰ ਇਹ ਕਹਿਣਾ ਕਿ 5 ਲੱਖ ਦਾ ਘਾਟਾ, ਫਿਰ ਗੋਲ ਕਿੱਥੇ ਗਈ ਜੇ 5 ਲੱਖ ਦਾ ਘਾਟਾ? ਸਾਨੂੰ ਤਾਂ ਕੋਈ ਘਾਟਾ ਲੱਗਿਆ ਨਹੀਂਗਾ। ਤੇ ਜੇ ਤੁਸੀਂ ਘਾਟਾ ਕਹਿ ਕੇ ਫਾਰਮੇਸਿਸਟ ਨੂੰ ਗਾਲਾਂ ਕੱਢੀਆਂ, ਉਹ ਅਗਲੇ ਦਿਨ ਆ ਕੇ ਆਪਣਾ ਹਿਸਾਬ ਵੀ ਪੂਰਾ ਦੇ ਰਿਹਾ। ਤੇ ਜਿਹੜੇ ਇਹਨਾਂ ਦੇ ਨਾਲ ਟੀਮ ਮੈਂਬਰ ਅੱਜ ਤੁਰੇ ਫਿਰਦੇ ਆ, ਜਿਹੜੇ ਆਪਣੇ ਆਪ ਨੂੰ ਸੇਵਾਦਾਰ ਕਹਿੰਦੇ ਅਸੀਂ ਤਾਂ ਟੀਮ ਨਹੀਂ ਹੈਗੇ, ਸੇਵਾਦਾਰ ਆ, ਪਰ ਤੁਰੇ ਤਾਂ ਨਾਲ ਐਜ਼ ਅ ਟੀਮ ਫਿਰਦੇ ਆ, ਉਹਨਾਂ ਨੇ ਵੀ ਤਾਂ ਉਸ ਫਾਰਮਾਸਿਸਟ ਦੇ ਨਾਲ ਬਹਿ ਕੇ 2 ਦਿਨ ਪਹਿਲਾਂ ਰਾਤ ਨੂੰ ਕੈਮਰੇ ਦੀ ਅਗਰ ਤੁਸੀਂ ਰਿਕਾਰਡਿੰਗ ਕਢਾਓ, ਹਿਸਾਬ ਲਾਇਆ। ਅੱਜ ਵੀ ਤੁਹਾਡੇ ਨਾਲ ਹੀ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ। ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਘਾਟਾ ਜਦ ਉਹਨੇ ਆ ਕੇ ਸਟਾਕ ਹੀ ਪੂਰਾ ਕਰਤਾ? ਸਰ, ਮੈਂ ਇੱਕ ਵੀਡੀਓ ਵੇਖੀ ਸੀ ਜਿਸ ਦੇ ਵਿੱਚ ਜਿੰਦੂ ਸਾਹਿਬ ਖਾਲਿਸਤਾਨ ਬਾਰੇ ਗੱਲ ਕਰ ਰਹੇ ਸੀ, ਤਾਂ ਕੀ ਸਿੱਖਾਂ ਦੀ ਜਿਹੜੀ ਪ੍ਰਮਾਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਕੀ ਸਮਝਦੇ? ਦੇਖੋ ਜੀ, ਖਾਲਿਸਤਾਨ ਦਾ ਮਤਲਬ ਤੁਸੀਂ ਦੱਸੋ ਮੈਨੂੰ ਕੀ ਹੁੰਦਾ? ਖਾਲਿਸਤਾਨ, ਖਾਲਸ ਮਤਲਬ ਪਿਓਰ, ਕਿ ਅਸੀਂ ਨਹੀਂ ਚਾਹੁੰਦੇ ਸਾਡੀ ਰੂਹ ਪਿਓਰ ਹੋਵੇ। ਹਿੰਦੂ ਚਾਹੁੰਦਾ ਮੇਰੀ ਰੂਹ ਪਿਓਰ ਹੋਵੇ, ਮੁਸਲਮਾਨ ਚਾਹੁੰਦਾ ਮੇਰੀ ਰੂਹ ਪਿਓਰ ਹੋਵੇ, ਸਿੱਖ ਚਾਹੁੰਦਾ ਮੇਰੀ ਰੂਹ ਅੰਦਰੋਂ ਪਿਓਰ ਹੋਵੇ। ਉਹ ਖਾਲਿਸਤਾਨ ਮਤਲਬ ਰੂਹ ਜਿਹੜੀ ਪਿਓਰ ਕਰਨੀ ਹੈ। ਸੋ
ਇਹ ਤਾਂ ਮੁੱਦਾ ਜਿਹੜਾ ਹੋ ਗਿਆ ਅਲੱਗ। ਜਿੰਦੂ ਜੀ ਨੇ ਕਿਸ ਮਕਸਦ ਦੇ ਨਾਲ ਖਾਲਿਸਤਾਨ ਜਿੰਦਾਬਾਦ ਕਿਹਾ ਜਾਂ ਖਾਲਿਸਤਾਨ ਦੀ ਗੱਲ ਕੀਤੀ ਹੈ, ਇਹ ਤਾਂ ਉਹੀ ਦੱਸ ਸਕਦੇ ਆ। ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ। ਅਗਰ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਂ ਖਾਲਿਸਤਾਨ ਦਾ ਮਤਲਬ ਕਹੂੰਗਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੋਂ ਚੱਲਿਆ ਆ ਰਿਹਾ ਖਾਲਸਾ ਰਾਜ, ਜਿਹਦੇ ਵਿੱਚ ਸਾਰੇ ਧਰਮ ਇੱਕ ਬਰਾਬਰ ਖੁਸ਼ ਰਹਿੰਦੇ ਸੀ। ਪਰ ਫੰਡਿੰਗ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕਿੱਥੋਂ ਆਉਂਦੀ ਸੀ, ਕੀ ਸਿਲਸਿਲਾ ਹੈ, ਤਾਂ ਇਹ ਗਿਆ ਕਿੱਥੇ ਫਿਰ? ਜੇ ਤੁਸੀਂ ਤੁਹਾਡੇ 'ਤੇ ਇਲਜ਼ਾਮ ਲੱਗ ਰਿਹਾ ਕਿ 5 ਲੱਖ ਦਾ ਜਿਹੜਾ ਘਾਟਾ ਪਿਆ, ਤਾਂ ਫੰਡਿੰਗ ਤੁਸੀਂ ਕਹਿ ਰਹੇ ਹੋ ਜੀ ਸਾਨੂੰ ਪਤਾ ਹੀ ਨਹੀਂ ਹੈ ਫੰਡਿੰਗ ਦੇ ਬਾਰੇ, ਤਾਂ ਫਿਰ ਇਹ ਕੌਣ ਜਾਣਦਾ? ਦੇਖੋ, ਇਲਜ਼ਾਮ ਸਾਡੇ ਤੇ ਨਹੀਂ ਲੱਗਿਆ, ਇਲਜ਼ਾਮ ਲੱਗਿਆ ਫਾਰਮਾਸਿਸਟ ਤੇ। ਪਹਿਲੇ ਮਹੀਨੇ ਵੀ 5 ਲੱਖ ਦਾ ਘਾਟਾ ਪਾਇਆ, ਉਹਨੂੰ ਗਾਲਾਂ ਕੱਢੀਆਂ ਗਈਆਂ, ਉਹਨੂੰ ਉੱਥੋਂ ਭਜਾਇਆ ਗਿਆ। ਉਦੋਂ ਵੀ ਸਾਡੀ ਤਲਖੀ ਵਧੀ, ਵਿਰੋਧ ਹੋਇਆ, ਪਰ ਉਦੋਂ ਅਸੀਂ ਮੈਟਰ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ, ਫਾਰਮਾਸਿਸਟ ਦੇ ਘਰ ਜਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ। ਜਿੰਦੂ ਜੀ ਨੇ ਜਦੋਂ ਅਗਲੇ ਦਿਨ ਆ ਕੇ ਕਹਿਤਾ ਕਿ ਮੋਦੀ ਖਾਨੇ ਨੂੰ ਬੰਦ ਕਰ ਦਿਓ ਯਾਰ, ਛੱਡੋ ਪਰਾਂ, ਉਦੋਂ ਵੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਇਹ ਪ੍ਰੋਜੈਕਟ ਜਾਂ ਇਹ ਸੇਵਾ ਸ਼ੁਰੂ ਹੋਈ ਆ ਉਹ ਬੰਦ ਨਾ ਹੋਵੇ। ਦੂਜੇ ਮਹੀਨੇ ਵੀ ਫਾਰਮਾਸਿਸਟ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ 5 ਲੱਖ ਦਾ ਘਾਟਾ ਪੈ ਗਿਆ। ਫਿਰ ਦੂਜੇ ਫਾਰਮਾਸਿਸਟ ਨੂੰ ਗਾਲਾਂ ਕੱਢਣ ਦੀ ਜਿਹੜੀ ਨੀਤੀ ਸ਼ੁਰੂ ਹੋ ਜਾਂਦੀ ਹੈ। ਉਹ ਕਿਉਂ? ਸਾਨੂੰ ਤਾਂ ਲੱਗ ਨਹੀਂ ਰਿਹਾ ਕਿਤੇ ਘਾਟਾ, ਉਹਨਾਂ ਨੂੰ ਕਿਉਂ ਲੱਗ ਰਿਹਾ ਵੀ ਘਾਟਾ ਪਿਆ? ਸਾਡੇ ਤੇ ਤਾਂ ਉਹਨਾਂ ਨੇ ਬਾਅਦ ਵਿੱਚ ਐਲੀਗੇਸ਼ਨ ਲਾਣੇ ਸ਼ੁਰੂ ਕੀਤੇ ਆ, ਜਦੋਂ ਅਸੀਂ ਮੀਡੀਆ ਦੇ ਵਿੱਚ ਆ ਕੇ ਸੰਗਤ ਦੇ ਚਰਨਾਂ ਦੇ ਵਿੱਚ ਸਾਰੀ ਗੱਲ ਰੱਖਤੀ ਵੀ ਉੱਥੇ ਇੰਨੀਆਂ ਗੰਦੀਆਂ ਗਾਲਾਂ ਕੱਢ ਕੇ ਫਾਰਮਾਸਿਸਟ ਨੂੰ ਭਜਾਈ ਜਾ ਰਹੇ ਆ, ਸੈਲਰੀ ਨਹੀਂ ਦੇ ਰਹੇ। ਸਾਡੇ ਤੇ ਤਾਂ ਐਲੀਗੇਸ਼ਨ ਬਾਅਦ 'ਚ ਲੱਗਣੇ ਸ਼ੁਰੂ ਹੋਏ, ਤੇ ਸਾਡੇ ਤੇ ਇਕੱਲੇ ਡੋਨੇਸ਼ਨ ਦਾ ਐਲੀਗੇਸ਼ਨ ਨਹੀਂ ਲਾਇਆ ਗਿਆ। ਇੰਨੇ ਨੀਵੇਂ ਪੱਧਰ ਤੇ ਉਹ ਗਿਰ ਚੁੱਕੇ ਆ ਕਿ ਸਾਡੇ ਪਰਿਵਾਰਾਂ ਦੇ ਉੱਤੇ ਜਿਹੜੇ ਆ ਬੋਲ ਕਬੋਲ ਸ਼ਬਦ ਜਿਹੜੇ ਬੋਲੇ ਗਏ। ਸੋ ਮੈਂ ਇੰਨੀ ਹੀ ਬੇਨਤੀ ਕਰਨੀ ਚਾਹੂੰਗਾ, ਜਦੋਂ ਸਾਨੂੰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਨਾ ਮਿਲਦਾ ਤਾਂ ਅਸੀਂ ਊਲ ਜਲੂਲ ਗੱਲਾਂ ਕਰਦੇ ਹਾਂ। ਤੇ ਜੇ ਸੰਗਤ ਨੇ ਟੀਮ ਨੇ ਉਹਨਾਂ ਨੂੰ ਕੋਈ ਸਵਾਲ ਰੱਖੇ ਸੀ ਉਹਨਾਂ ਸਾਹਮਣੇ, ਉਹਨਾਂ ਨੂੰ ਉਹ ਜਵਾਬ ਦੇਣੇ ਚਾਹੀਦੇ ਸੀ ਜਾਂ ਮੀਡੀਆ ਸਾਹਮਣੇ ਆ ਕੇ ਊਲ ਜਲੂਲ ਗੱਲਾਂ ਕਰਨੀਆਂ ਚਾਹੀਦੀਆਂ। ਉਹਨਾਂ ਤੇ ਇੱਕ ਪਰਚਾ ਵੀ ਦਰਜ ਹੋਇਆ ਸੀ ਜੋ ਹਿੰਦੂ ਸੰਗਠਨਾਂ ਨੇ ਕਰਾਇਆ ਸੀ ਕਿ ਅਪਸ਼ਬਦ ਬੋਲੇ ਗਏ ਸੀ ਸ਼੍ਰੀ ਰਾਮ ਜੀ ਨੂੰ ਲੈ ਕੇ, ਤਾਂ ਕੀ ਵਜ੍ਹਾ ਕੀ ਰਹੀ ਸੀ? ਦੇਖੋ ਜੀ, ਮੈਂ ਤਾਂ ਇੰਨੀ ਗੱਲ ਕਹੂੰਗਾ, ਜੇ ਟੀਮ ਨੇ ਤੁਹਾਨੂੰ ਕੋਈ ਸਵਾਲ ਪੁੱਛਿਆ, ਤੁਸੀਂ ਲਾਈਵ ਹੋਏ ਹੋ ਉਸ ਚੀਜ਼ ਦੇ ਜਵਾਬ ਦੇਣ ਵਾਸਤੇ, ਹੈ ਨਾ, ਤਾਂ ਤੁਹਾਨੂੰ ਜਿਹੜਾ ਮੁੱਦਾ ਉੱਧਰ ਹੀ ਰੱਖਣਾ ਚਾਹੀਦਾ, ਉਸ ਚੀਜ਼ ਦੇ ਜਵਾਬ ਦੇਣੇ ਚਾਹੀਦੇ ਆ। ਮੁੱਦੇ ਨੂੰ ਭਟਕਾਉਣਾ ਹੀ ਨਹੀਂ ਚਾਹੀਦਾ ਸੀਗਾ, ਜਿੰਨਾ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜਿਹੜੇ ਜਵਾਬ ਹੈ ਨਾ ਉਹ ਦਿੱਤੇ ਨਹੀਂ ਜਾ ਰਹੇ ਸੀ। ਜਦੋਂ ਜਵਾਬ ਨਹੀਂ ਦਿੱਤੇ ਗਏ ਉਦੋਂ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਜਦੋਂ ਲਾਈਵ ਦੇ ਵਿੱਚ ਗੱਲ ਥੋੜੇ ਹੋਰ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਫਿਰ ਉਸ ਤਰੀਕੇ ਦੇ ਜਿਹੜੇ ਗਲਤ ਜਾਂ ਜੋ ਵੀ ਕਹਿ ਰਹੇ ਆਪਾਂ ਸ਼ਬਦ ਨਿਕਲੇ ਤੇ ਜਿਹੜੇ ਹਿੰਦੂ ਸਮਾਜ ਨੇ ਉਹਨਾਂ ਤੇ ਪਰਚਾ ਕੀਤਾ। ਸੋ ਸਾਨੂੰ ਕਿਸੇ ਵੀ ਧਰਮ ਦੇ ਅਗੇਂਸਟ ਬੋਲਣ ਦੀ ਸਾਡਾ ਧਰਮ ਹੀ ਇਜਾਜ਼ਤ ਨਹੀਂ ਦਿੰਦਾ, ਤੇ ਅਸੀਂ ਕਿਸੇ ਦੇ ਧਰਮ ਦੇ ਬਾਰੇ ਟਿੱਪਣੀ ਕਿਉਂ ਕਰਾਂਗੇ। ਸੋ ਮੈਂ ਵੀ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਕਿ ਅਸੀਂ ਕਿਸੇ ਵੀ ਕੋਈ ਵੀ ਪਰਸਨ, ਮੈਂ ਆਪਣੇ ਆਪ ਨੂੰ ਵੀ ਚੰਗਾ ਨਹੀਂ ਸਮਝਦਾ ਅਗਰ ਮੈਂ ਕਿਸੇ ਦੇ ਧਰਮ ਦੇ ਉੱਤੇ ਟਿੱਪਣੀ ਕਰੂੰਗਾ। ਤਾਂ ਬੋਰਡ ਲਗਾਉਣ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ ਜੀ। ਗੁਰੂ ਨਾਨਕ ਮੋਦੀ ਖਾਨੇ ਦੇ ਜਿਹੜੀ ਗੋਲਕ ਹੈ ਉਸ ਦੇ ਵਿੱਚੋਂ ਇਹ ਪੈਸੇ ਕੱਢ ਕੇ ਜਿਹੜੇ ਬੋਰਡ ਲਗਾਏ ਕਿ ਐਡਵਰਟਾਈਜ਼ਮੈਂਟ ਦੀ ਗੱਲ ਕੀਤੀ ਜਾ ਰਹੀ ਸੀ, ਕੀ ਵਿਵਾਦ ਸੀ? ਦੇਖੋ, ਸਾਡੇ ਸੁਣਨ ਮੁਤਾਬਕ, ਸਾਡੇ ਦੇਖਣ ਮੁਤਾਬਕ ਜਦੋਂ ਤੱਕ ਅਸੀਂ ਵਿੱਚ ਰਹੇ ਹਾਂ, ਹੈ ਨਾ, ਉਦੋਂ ਤੱਕ ਤਾਂ ਸਾਡੇ ਸਾਹਮਣੇ ਵੀ ਇਹ ਆਇਆ ਤੇ ਸਾਨੂੰ ਪਤਾ ਲੱਗਾ, ਤੇ ਅਸੀਂ ਜਦੋਂ ਵਿਚਰਦੇ ਰਹੇ ਕਿ ਜਿਹੜੇ ਉਹ ਬੋਰਡ ਹੈ ਉਹ ਕਿਸੇ ਵੀਰ ਵੱਲੋਂ ਸੇਵਾ ਕਰਕੇ ਜਿਹੜੇ ਆ ਬੋਰਡ ਲਗਾਏ ਗਏ ਆ। ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਗੋਲਕ ਦੇ ਵਿੱਚੋਂ ਪੈਸੇ ਖਰਚ ਕੇ ਬੋਰਡ ਲਗਾਏ ਗਏ ਜਾਂ ਸੰਗਤ ਤੋਂ ਡੋਨੇਸ਼ਨ ਲੈ ਕੇ ਬੋਰਡ ਲਗਾਏ ਗਏ। ਉਹ ਬੋਰਡ ਕਿਸੇ ਵੀਰ ਵੱਲੋਂ ਸੇਵਾ ਕੀਤੀ ਗਈ ਸੀ ਜਦੋਂ ਤੱਕ ਅਸੀਂ ਨਾਲ ਰਹੇ ਹਾਂ। ਉਸ ਤੋਂ ਬਾਅਦ ਬੋਰਡ ਕੰਟੀਨਿਊ ਰਹੇ, ਮਹੀਨਾ ਰਹੇ, 1.5 ਮਹੀਨਾ ਰਹੇ, ਉਹ ਕਿੱਦਾਂ ਰਹੇ ਉਹ ਇਹਦਾ ਜਵਾਬ ਉਹ ਦੇ ਸਕਦੇ ਆ। ਪਰ ਜਦੋਂ ਅਸੀਂ ਰਹੇ ਹਾਂ ਉਦੋਂ ਸਾਡੇ ਕੋਲ ਵੀਰ ਆਇਆ ਵੀ ਹੈ, ਜਿਸ ਵੀਰ ਨੇ ਸੇਵਾ ਕੀਤੀ ਹੈ ਉਹਦੀ ਵੀਡੀਓ ਕਾਲ ਵੀ ਕਰਾਈ ਹੈ, ਉਹਨੇ ਧੰਨਵਾਦ ਕੀਤਾ ਕਿ ਵੀ ਚੰਗਾ ਕਰ ਸ਼ੁਰੂ ਕੀਤਾ। ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਬੋਰਡ ਲਵਾ ਕੇ ਦਿੱਤੇ। ਉਹ ਬੋਰਡ ਡੋਨੇਸ਼ਨ 'ਚੋਂ ਨਹੀਂ ਲਗਾਏ ਗਏ ਸੀ, ਉਹ ਤਾਂ ਸਾਨੂੰ ਵੀ ਪਤਾ ਹੈ। ਪਰ ਜਦੋਂ ਬਾਅਦ ਵਿੱਚ ਕਿੰਨੀ ਦੇਰ ਲੱਗੇ ਰਹੇ, ਬਾਅਦ 'ਚ ਖਰਚਾ ਬੋਰਡ ਤੇ ਕੀਤਾ ਨਹੀਂ ਕੀਤਾ, ਬਾਅਦ 'ਚ ਕਿੰਨੀ ਐਡਵਰਟਾਈਜ਼ਮੈਂਟ 'ਤੇ ਖਰਚਾ ਕੀਤਾ ਇਹ ਉਹ ਦੱਸ ਸਕਦੇ ਆ। ਤਾਂ ਬਿਲਕੁਲ ਪ੍ਰਿੰਸ ਜੀ, ਮੇਰਾ ਇੱਕ ਸਵਾਲ ਹੈ ਤੁਹਾਡੇ ਕੋਲੋਂ ਕਿ ਕਾਫੀ ਚਰਚਾਵਾਂ 'ਚ ਰਹੇ ਨੇ, ਤਾਂ ਮੇਰਾ ਇੱਕ ਸਵਾਲ ਇਹ ਬਣਦਾ ਹੈ ਕਿ ਜਿੰਦੂ ਸਾਹਿਬ ਜਿਹੜੇ ਨੇ ਉਹ ਇਸ ਤਰ੍ਹਾਂ ਗੱਲਾਂ ਕਰਦੇ ਨੇ ਕਿ ਜਿਸ ਤਰ੍ਹਾਂ ਉਹ ਆਪ ਹੀ ਸੱਚੇ ਹੁੰਦੇ ਨੇ ਤੇ ਬਾਕੀ ਸਾਰੇ ਝੂਠੇ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਜੀ, ਉਹ ਮੂੰਹ ਦੀ ਖਾਈ ਖੱਟੀ ਵੀ ਖਾਂਦੇ ਨੇ, ਗੱਲਾਂ ਦੀ ਖੱਟੀ ਵੀ ਖਾਂਦੇ ਨੇ। ਜੇ ਐਕਚੁਅਲ ਦੇ ਵਿੱਚ ਜ਼ਮੀਨੀ ਲੈਵਲ ਤੇ ਕੰਮ ਕੀਤਾ ਹੁੰਦਾ, ਜ਼ਮੀਨੀ ਲੈਵਲ ਤੇ ਸੇਵਾ ਕੀਤੀ ਹੁੰਦੀ ਤੇ ਆਹ ਦਿਨ ਦੇਖਣਾ ਨਾ ਪੈਂਦਾ, ਤੇ ਗੁਰੂ ਨਾਨਕ ਮੋਦੀ ਖਾਨੇ ਦੀ ਜਿੰਨੀ ਸਮੁੱਚੀ ਟੀਮ ਆ ਅੱਜ ਉਹਨਾਂ ਦੇ ਨਾਲ ਖੜੀ ਹੁੰਦੀ। ਨਾਲੇ ਇੱਕ ਗੱਲ ਮੈਂ ਤੁਹਾਨੂੰ ਇੱਥੇ ਦਰੁਸਤ ਕਰਨਾ ਚਾਹੁੰਦਾ ਭਾਈ ਸਾਹਿਬ, ਜਿਹੜਾ ਗੁਰੂ ਨਾਨਕ ਮੋਦੀ ਖਾਨੇ ਦਾ ਪ੍ਰੋਜੈਕਟ ਆ ਬਲਜਿੰਦਰ ਸਿੰਘ ਜਿੰਦੂ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਸੀ, ਇਹ ਸਮੁੱਚੀ ਸਿੱਖ ਵੈਲਫੇਅਰ ਕੌਂਸਲ ਦੀ ਟੀਮ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਹਨੂੰ ਪੇਸ਼ ਇੱਦਾਂ ਕੀਤਾ ਗਿਆ ਵੀ ਇਹ ਬਲਜਿੰਦਰ ਸਿੰਘ ਜਿੰਦੂ ਦਾ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਹੁੰਦੀ ਆ, ਅਸਲ ਵਿੱਚ ਇਹ ਜਿਹੜਾ ਪ੍ਰੋਜੈਕਟ ਸੀ ਸਾਰੀ ਟੀਮ ਦਾ, ਸਾਰੀ ਸੰਗਤ ਦਾ, ਸਾਰੀ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਪ੍ਰੋਜੈਕਟ ਸੀ। ਤਾਂ ਕੀ ਸਰ ਇਹ ਸਮਝਦੇ ਹੋ ਕਿ ਰਾਜਨੀਤੀ ਦੇ ਕਰਕੇ ਤਾਂ ਨਹੀਂ ਹੋਇਆ ਸਭ ਕੁਝ? ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਹੋ ਸਕਦਾ ਰਾਜਨੀਤਿਕ ਵੀ ਪੱਖ ਹੋ ਸਕਦਾ ਇਹਨਾਂ ਦਾ, ਕੋਈ ਫਿਊਚਰ ਦੇ ਵਿੱਚ ਕੋਈ ਰਾਜਨੀਤੀ ਦੇ ਵਿੱਚ ਕਿਸੇ ਪਾਰਟੀ ਵੱਲ ਜਾਣਾ ਹੋਵੇ, ਇਹਦੇ ਤਾਂ ਕੋਈ ਦੋਹਰਾਏ ਵਾਲੀ ਗੱਲ ਹੀ ਨਹੀਂ ਨਾ ਹੈਗੀ। ਕਿਉਂਕਿ ਐਡੀ ਵੱਡੀ ਟੀਮ ਨੂੰ ਅਲੱਗ ਠੱਦ ਕਰਨਾ, ਐਡਾ ਡਿਫਰੈਂਸ ਕ੍ਰੀਏਟ ਕਰਨਾ, ਜਦੋਂ ਤੁਹਾਡੇ ਤੇ ਕੋਈ ਸਵਾਲ ਪੁੱਛੇ ਜਾਂਦੇ ਉਹਦਾ ਜਵਾਬ ਨਾ ਦੇਣਾ, ਤੇ ਇਹ ਸਾਰੀ ਸ਼ੰਕਾ ਉਸ ਪਾਸੇ ਵੀ ਲੈ ਕੇ ਜਾਂਦਾ ਜੀ।
ਸਰ ਪੰਜਾਬੀ ਮਾਂ ਬੋਲੀ ਨੂੰ ਬੜਾ ਲੈ ਕੇ ਵਿਵਾਦ ਉੱਠਿਆ ਸਰ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ? ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਦੇਖਣ ਚ ਆਇਆ ਜੀ, ਬਹੁਤ ਹੀ ਜ਼ਿਆਦਾ ਸਾਡੇ ਭਰੇ ਹੋਏ ਮਨ ਨੇ ਪੰਜਾਬੀਆਂ ਦੇ। ਇੱਕ ਪਾਸੇ ਜਿੱਥੇ ਪੂਰੇ ਵਿਸ਼ਵ ਭਰ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਜਿੱਥੇ ਪੰਜਾਬੀ 13 ਕਰੋੜ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ, ਸਾਡਾ ਸ਼ਾਨਾ ਮੱਤਾ ਇਤਿਹਾਸ ਆ, ਸਾਡੀ ਸਭਿਅਤਾ ਜਿਹੜੀ ਉਹ ਪੰਜਾਬੀ ਵਿੱਚ ਆ ਸਾਰੀ। ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਰਗੇ ਮੁਲਕ ਜਿਹੜੇ ਪੰਜਾਬੀ ਨੂੰ ਇੰਨਾ ਮਾਣ ਦਿੰਦੇ ਆ, ਸਾਨੂੰ ਬੜੇ ਸ਼ਰਮ ਨਾਲ ਤੇ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ, ਜਿਸ ਦੇਸ਼ ਨੂੰ ਸਿਰਜਣ ਲਈ ਸਾਡੇ ਪੂਰਵਜਾਂ ਨੇ, ਸਾਡੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਭਾਈਚਾਰੇ ਨੇ, ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ, ਉਸ ਭਾਸ਼ਾ ਨੂੰ ਅੱਜ ਥੱਲੇ ਡਿੱਗਣ ਲਈ ਜੰਮੂ ਐਂਡ ਕਸ਼ਮੀਰ ਵਿੱਚੋਂ ਜਿਹੜਾ ਪੰਜਾਬੀ ਤੋਂ ਅਧਿਕਾਰਤ ਭਾਸ਼ਾ ਦਾ ਮਾਂ ਬੋਲੀ ਦਾ ਜਿਹੜਾ ਰੁਤਬਾ ਵਾ ਉਹ ਖੋਇਆ ਗਿਆ ਵਾ। ਇਹਦੇ ਲਈ ਜਿੰਨੀ ਇਹਦੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਆ। ਪਰ ਹਰ ਸਟੇਟ ਦੇ ਵਿੱਚ ਪਹਿਲਾਂ ਵੀ ਇਹ ਵਿਵਾਦ ਉੱਠਿਆ ਸੀ, ਤਾਂ ਕਈ ਬੋਰਡ ਜਿਹੜੇ ਸਨ ਉਹਨਾਂ ਦੇ ਉੱਤੇ ਕਾਲਖ ਮਲ ਦਿੱਤੀ ਗਈ ਸੀ, ਕਿਉਂਕਿ ਪੰਜਾਬੀ ਜਿਹੜਾ ਉਚਾਰਨ ਸੀ ਸਭ ਤੋਂ ਥੱਲੇ ਦਿੱਤਾ ਗਿਆ ਸੀ ਤਾਂ ਇੰਗਲਿਸ਼ ਦਾ ਸਭ ਤੋਂ ਉੱਪਰ ਦਿੱਤਾ ਗਿਆ ਸੀ। ਜੀ ਜਿਹੜੀ ਰਾਜ ਭਾਸ਼ਾ ਹੁੰਦੀ ਆ ਆਪਣੀ, ਜਿਹੜੇ ਵੀ ਆਪਾਂ ਸਟੇਟ ਦੇ ਵਿੱਚ ਰਹਿੰਦੇ ਆ, ਸਭ ਤੋਂ ਪਹਿਲਾਂ ਸਾਡੀ ਮਾਂ ਕੌਣ ਆ? ਸਾਡੀ ਮਾਂ ਸਾਡੀ ਭਾਸ਼ਾ ਆ, ਸਾਡੀ ਮਾਂ ਪੰਜਾਬੀ ਬੋਲੀ ਆ। ਜਿੱਥੇ ਆਪਾਂ ਵੀਰਾਂ ਨੂੰ ਬਾਹਰ NRI ਭਰਾਵਾਂ ਨੂੰ ਆਪਾਂ ਅਪੀਲ ਕਰਦੇ ਆ ਵੀ ਪੰਜਾਬ ਦੀ ਬਿਹਤਰੀ ਲਈ ਸੋਚੋ, ਪੰਜਾਬ ਲਈ ਡੋਨੇਸ਼ਨਾਂ ਦਿਓ। ਜਿੰਨੇ ਵੀ NRI ਭਰਾ ਨੇ 7 ਸਮੁੰਦਰੋਂ ਪਾਰ ਰਹਿੰਦੇ ਆ, ਹਮੇਸ਼ਾ ਉਹ ਸਾਡੇ ਨਾਲ ਜ਼ਿਆਦਾ ਪੰਜਾਬ ਲਈ, ਪੰਜਾਬੀ ਭਾਸ਼ਾ ਲਈ ਚਿੰਤਤ ਰਹਿੰਦੇ ਆ। ਤੇ ਹੁਣ ਵੀ ਮੈਂ ਪੰਜਾਬੀ ਭਰਾਵਾਂ ਨੂੰ, NRI ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਪੰਜਾਬੀ ਦਾ ਇੱਕ ਬਹੁਤ ਹੀ ਢੁਕਵਾਂ ਸ਼ੇਰ ਆ, ਖੂਹ ਫੁਲਕਾਰੀ, ਸੱਥ ਕਬੱਡੀ, ਤੀਆਂ ਚੌਂਕੇ ਚੁੱਲ੍ਹੇ, ਨਾਨਕ ਪੀਲੂ, ਫਜ਼ਲ ਦਮੋਦਰ, ਵਾਰਸ ਹਾਕਮ ਬੁੱਲੇ। ਰੋਜੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ, ਪਰ ਕੋਈ ਵੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਾ ਭੁੱਲੇ। ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਿਲਕੁਲ ਵੀ ਵਿਸਾਰਨਾ ਨਹੀਂ ਚਾਹੀਦਾ। ਸਾਡੇ ਲਈ ਅੱਜ ਬੜੀ ਨਮੋਸ਼ੀ ਵਾਲੀ ਗੱਲ ਆ, ਸਕੂਲਾਂ ਵਿੱਚ, ਕਾਲਜਾਂ ਵਿੱਚ ਜਦੋਂ ਵੀ ਸਾਡੇ ਬੱਚੇ ਨੇ ਉਹ ਟਿਕਟੋਕ ਤੇ ਮਸ਼ਰੂਫ ਨੇ, ਵਟਸਐਪਾਂ ਤੇ ਮਸ਼ਰੂਫ ਨੇ। ਪੰਜਾਬੀ ਮਾਂ ਬੋਲੀ ਦਾ ਜਿਹੜਾ ਮਿਆਰ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਪੰਜਾਬੀ ਜਿਹੜਾ ਸੂਬਾ ਸੀ ਉਹ ਕਿੱਡਾ ਖਿਲਾ ਉਹਦਾ ਕਿੱਡਾ ਵਧਿਆ ਹੋਇਆ ਸੀ, ਤਿੱਬਤ ਦੀਆਂ ਕੰਧਾਂ ਤੱਕ ਪੰਜਾਬ ਦਾ ਰਾਜ ਸੀ। ਉਦੋਂ ਸਾਰੇ ਮੋਸਟ ਆਫ ਜਗ੍ਹਾ ਦੇ ਉੱਤੇ ਪੰਜਾਬੀ ਬੋਲੀ ਜਾਂਦੀ ਸੀ, ਹਰੇਕ ਖੇਤਰ ਵਿੱਚ ਪੰਜਾਬੀ ਪ੍ਰਮੁੱਖ ਹੁੰਦੀ ਸੀ। ਪਰ ਅੱਜ ਬੜੀ ਨਮੋਸ਼ੀ ਨਾਲ ਤੇ ਬੜੇ ਭਰੇ ਹੋਏ ਮਨ ਨਾਲ ਕਹਿਣਾ ਪੈ ਰਿਹਾ, ਪੰਜਾਬੀ ਦਾ ਜਿਹੜਾ ਲੈਵਲ ਆ ਦਿਨੋਂ ਦਿਨ ਪੰਜਾਬੀ ਮਾਂ ਬੋਲੀ ਨੂੰ ਡੀਫੇਮ ਕਰਨ ਲਈ, ਨੀਵਾ ਦਿਖਾਉਣ ਲਈ ਇੱਦਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ, ਉਹ ਕਦੇ ਚਿੱਤ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਐਕਚੁਅਲ ਦੇ ਵਿੱਚ ਇੱਥੇ ਸਾਡਾ ਮੁੱਢਲਾ ਫਰਜ਼ ਬਣਦਾ, ਅਸੀਂ ਪਹਿਲਾਂ ਆਪਣੇ ਘਰਾਂ 'ਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਪ੍ਰੇਰੀਏ, ਬੱਚਿਆਂ ਨੂੰ ਪੰਜਾਬੀ ਬੋਲਣੀ ਸਿਖਾਈਏ। ਜਿਹੜੀ ਸਕੂਲਾਂ ਵਿੱਚ 6ਵੀਂ ਕਲਾਸ ਤੋਂ ਉੱਤੋਂ ਪੰਜਾਬੀ ਲੱਗਦੀ ਆ, ਇਹਦਾ ਡਟ ਕੇ ਵਿਰੋਧ ਕਰੀਏ। ਜਿੰਨੇ ਆਪਣੇ ਆਲੇ ਦੁਆਲੇ ਪ੍ਰਾਈਵੇਟ ਸੈਕਟਰ ਨੇ, ਜਿੰਨੇ ਬੈਂਕ ਨੇ, ਉੱਥੇ ਜਿੰਨੇ ਦਿਸ਼ਾ ਨਿਰਦੇਸ਼ਕ ਬੋਰਡ ਲੱਗੇ ਨੇ ਜਾਂ ਆਪਾਂ ਫਾਰਮ ਭਰਦੇ ਆ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀਏ ਪੰਜਾਬੀ 'ਚ ਭਰੀਏ। ਆਪਣੇ ਸਾਈਨ ਜਿਹੜੇ ਕਰਦੇ ਆ ਉਹਨਾਂ ਨੂੰ ਪੰਜਾਬੀ 'ਚ ਕਰੀਏ, ਤਾਂ ਆਪਾਂ ਕੁਝ ਸੋਚ ਸਕਦੇ ਹਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਲਈ ਕੁਝ ਸੁਚੱਜਾ ਕਰ ਸਕਦੇ ਹਾਂ ਅਸੀਂ ਜਾਂ ਹੋ ਸਕਦਾ। ਦੀਪ ਜੀ, ਲਗਾਤਾਰ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕੀ ਵਜ੍ਹਾ ਲੱਗਦੀ ਹੈ? ਦੇਖੋ, ਵਜ੍ਹਾ ਦੱਸਣ ਤੋਂ ਪਹਿਲਾਂ ਮੈਂ ਨਾ ਇੱਕ ਤੁਹਾਨੂੰ ਦਰਦ ਭਰਿਆ ਜਿਹੜਾ ਸ਼ੇਰ ਦੱਸਣਾ ਚਾਹੂੰਗਾ। ਪਹਿਲਾਂ ਵੀ ਕਾਫੀ ਜਗ੍ਹਾ ਤੇ ਬੋਲਿਆ ਗਿਆ, ਕਹਿੰਦੇ ਚੀ ਚੀ ਕਰਦੀ ਚਿੜੀਆਂ ਦਾ, ਚੀ ਚੀ ਕਰਦੀ ਚਿੜੀਆਂ ਦਾ, ਛਾਂ ਛਾਂ ਕਰਦੀ ਨਦੀਆਂ ਦਾ ਇੱਕ ਵੱਖਰਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਇਹ ਮੈਂ ਜਿਹੜੀ ਗੱਲ ਰਿਲੇਟ ਹੈ ਉਹ ਸਕੂਲਾਂ ਨੂੰ ਲੈ ਕੇ ਕਹਿ ਰਿਹਾ। ਤੁਸੀਂ ਬਹੁਤ, ਇੱਕ ਨਹੀਂ, ਦੋ ਨਹੀਂ, 10 ਨਹੀਂ, ਬਹੁਤ ਜ਼ਿਆਦਾ ਸਕੂਲ, ਮੈਂ ਕਹੂੰਗਾ ਅੱਜ ਦੀ ਡੇਟ 'ਚ 70% ਸਕੂਲ, ਜਿਹੜੇ 70% ਜਿਹੜੇ ਸਕੂਲ ਨੇ, ਉਹਨਾਂ ਵਿੱਚ ਆਪਣੇ ਜਿਹੜੇ ਬੱਚੇ ਪੜ੍ਹਦੇ ਆ, ਤੁਹਾਡੇ ਮੇਰੇ ਜਾਂ ਕਿਸੇ ਦੇ ਵੀ, ਕੋਈ ਵੀ ਬੱਚਾ ਘਰ ਦੇ ਵਿੱਚ ਸਾਰਿਆਂ ਦੇ ਹੁੰਦੇ ਨੇ, ਰਿਸ਼ਤੇਦਾਰਾਂ ਦੇ ਬੱਚੇ, ਉਹਨਾਂ ਤੋਂ ਪੁੱਛ ਕੇ ਦੇਖਿਓ ਕਿ ਪੜ੍ਹਾਉਣਾ ਤਾਂ ਦੂਰ ਦੀ ਗੱਲ ਵੀ ਉਹ 6ਵੀਂ ਤੋਂ ਜਾਂ 7ਵੀਂ ਤੋਂ ਸ਼ੁਰੂ ਕਰਦੇ ਆ ਪੜ੍ਹਾਉਣਾ ਪੰਜਾਬੀ ਅੱਜ ਕੱਲ੍ਹ। ਪਰ ਜਦੋਂ ਬੱਚਾ ਆਪਸ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਗੱਲ ਕਰਦਾ ਨਾ, ਤਾਂ ਉਹਨੂੰ ਜੁਰਮਾਨਾ ਲਾਇਆ ਜਾਂਦਾ ਹੈ। ਕਿਉਂ? ਤਾਂ ਇੰਗਲਿਸ਼ ਨੂੰ ਪ੍ਰੈਫਰੈਂਸ ਦੇ ਦਿੰਦੇ ਨੇ ਨਾ ਜਿਹੜੇ ਸਕੂਲ ਹੈਗੇ ਨੇ, ਤਾਂ ਉਹ ਕਹਿੰਦੇ ਜੀ ਇੰਗਲਿਸ਼ ਆਉਂਦੀ ਹੈ ਤਾਂ ਤੁਸੀਂ ਐਡਮਿਸ਼ਨ ਲੈ ਸਕਦੇ। ਦੇਖੋ ਜੀ, ਮੈਂ ਇੰਨੀ ਗੱਲ ਕਹਿਣੀ ਚਾਹੂੰਗਾ ਕਿ ਭਾਸ਼ਾਵਾਂ ਨਾ ਜਿਹੜੀਆਂ, ਉਹ ਕੱਲੀ ਇੰਗਲਿਸ਼ ਨਹੀਂ। ਮੇਰੇ ਹਿਸਾਬ ਨਾਲ ਤੁਹਾਨੂੰ ਜੇ 10 ਸਿੱਖਣ ਦਾ ਮੌਕਾ ਮਿਲਦਾ ਤਾਂ 10 ਸਿੱਖੋ, 15 ਬੋਲਣ ਦਾ ਮੌਕਾ ਮਿਲਦਾ 15 ਨੂੰ ਸਿੱਖੋ ਤੇ 15 ਨੂੰ ਬੋਲੋ, ਤੁਹਾਡਾ ਨੌਲੇਜ ਲੈਵਲ ਵੱਧਦਾ ਹੈ। ਪਰ ਜੇ ਤੁਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ, ਮਾਂ ਬੋਲੀ ਨੂੰ ਭੁੱਲ ਕੇ ਫਿਰ ਬਾਕੀ ਭਾਸ਼ਾਵਾਂ ਵੱਲ ਜਾਂਦੇ ਹੋ, ਤਾਂ ਉਹ ਬਾਕੀ ਭਾਸ਼ਾਵਾਂ ਸਿੱਖੇ ਦਾ ਤੁਹਾਡਾ ਕੋਈ ਮਤਲਬ ਹੀ ਨਹੀਂ ਬਣਦਾ। ਕਿਉਂਕਿ ਤੁਸੀਂ ਜਦੋਂ ਆਪਣੀ ਮਾਂ ਨੂੰ ਭੁੱਲ ਗਏ, ਮਾਂ ਨੂੰ ਤੁਸੀਂ ਠੋਕਰ ਮਾਰਤੀ, ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਜ ਵੀ ਠੋਕਰ ਵੱਜੀ ਹੈ ਤੇ ਕੱਲ੍ਹ ਵੀ ਠੋਕਰ ਵੱਜੀ ਹੈ। ਤਾਂ ਫਿਰ ਤੋਂ ਜਿਹੜਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਦੇਖਣ ਨੂੰ ਮਿਲਿਆ, ਕੀ ਸੋਚਦੇ ਹੋ ਸਰ, ਕਿੰਨੀ ਕੁ ਠੇਸ ਪਹੁੰਚਦੀ ਹੈ ਪੰਜਾਬੀਆਂ ਨੂੰ? ਕਿਉਂਕਿ ਲਗਾਤਾਰ ਪੰਜਾਬੀ ਜਿਹੜੀ ਮਾਂ ਬੋਲੀ ਹੁੰਦੀ ਹੈ, ਪੰਜਾਬੀਆਂ ਦੀ ਜਿਹੜੀ ਮਾਂ ਹੁੰਦੀ ਹੈ, ਤਾਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਆਪਣੀ ਬੋਲੀ ਦਾ,
ਤਾਂ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਕਿਸ ਤਰ੍ਹਾਂ ਦਰਦ ਮਹਿਸੂਸ ਹੁੰਦਾ ਹੈ? ਦੇਖੋ ਬਿਲਕੁਲ, ਜਦੋਂ ਜੰਮੂ ਕਸ਼ਮੀਰ ਦਾ ਸਾਨੂੰ ਇਹ ਮੁੱਦਾ ਪਤਾ ਲੱਗਾ ਪੰਜਾਬੀ ਮਾਂ ਬੋਲੀ ਦਾ, ਉਸੇ ਵਾਸਤੇ ਅੱਜ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚਿਆ ਕਿ ਇੱਥੋਂ ਅਰਦਾਸ ਕਰਕੇ, ਕਹਿੰਦੇ ਨਾ ਜਦੋਂ ਕਾਰਜ ਆਰੰਭਣਾ ਹੁੰਦਾ ਤੇ ਗੁਰੂ ਮਹਾਰਾਜ ਦਾ ਜਦੋਂ ਸਿਰ ਤੇ ਹੱਥ ਹੋ ਜੇ ਤਾਂ ਫਿਰ ਤੁਹਾਨੂੰ ਕਾਰਜ ਦੇ ਰਸਤੇ ਆਪਣੇ ਆਪ ਦਿਖਣੇ ਸ਼ੁਰੂ ਹੋ ਜਾਂਦੇ ਆ। ਅੱਜ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚੇ ਆ ਆਸ਼ੀਰਵਾਦ ਲੈਣ ਵਾਸਤੇ, ਹਨਾ, ਕਿ ਸਾਨੂੰ ਜਿਹੜਾ ਹੁਣ ਪੰਜਾਬੀ ਮਾਂ ਬੋਲੀ ਦੇ ਉੱਤੇ ਅਸੀਂ ਜਿਹੜਾ ਸੰਘਰਸ਼ ਵਿੱਢਣ ਜਾ ਰਹੇ ਹਾਂ, ਉਹਦਾ ਸਾਨੂੰ ਪੂਰਾ ਗੁਰੂ ਸਾਹਿਬ ਦਾ ਵੀ ਸਹਿਯੋਗ ਮਿਲੇ, ਲੋਕਾਂ ਦਾ ਵੀ ਸਹਿਯੋਗ ਮਿਲੇ। ਇਸੇ ਕਰਕੇ ਤੁਹਾਨੂੰ ਗੁਜ਼ਾਰਿਸ਼ ਲਾਈ ਸੀ ਕਿ ਅਸੀਂ ਜਿਹੜਾ ਸੰਘਰਸ਼ ਵਿੱਢਣਾ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸੀਏ ਤੇ ਤੁਸੀਂ ਨਾਲ ਦੀ ਨਾਲ, ਹਨਾ, ਪੁਰਾਣਾ ਸਾਨੂੰ ਪੁੱਛਿਆ, ਸਾਡਾ ਦੱਸਣਾ ਫਰਜ਼ ਸੀ ਕਿ ਅਸੀਂ ਅਗਰ ਉਹ ਸੇਵਾ ਕਰ ਸਕਦੇ ਹਾਂ, ਗੁਰੂ ਸਾਹਿਬ ਸਾਡੇ ਤੋਂ, ਸਾਡੀ ਟੀਮ ਤੋਂ ਗੁਰੂ ਨਾਨਕ ਮੋਦੀਖਾਨੇ ਦੀ ਸੇਵਾ ਲੈ ਸਕਦੇ ਆ, ਤਾਂ ਸਾਡੇ ਤੋਂ ਹੋਰ ਬਹੁਤ ਤਰੀਕੇ ਦੀ ਵੀ ਸੇਵਾ ਲੈ ਸਕਦੇ ਆ। ਸੇਵਾ ਹੀ ਕਰਨੀ ਹੈ ਨਾ, ਗੁਰੂ ਨਾਨਕ ਮੋਦੀਖਾਨੇ ਦੀ ਸੇਵਾ ਸ਼ੁਰੂ ਕੀਤੀ, ਜਿੰਨੀ ਸਾਡੇ ਲੇਖਾ ਦੇ ਵਿੱਚ ਸੇਵਾ ਸੀ ਉਨੀ ਅਸੀਂ ਸੇਵਾ ਕੀਤੀ। ਹੁਣ ਸਾਨੂੰ ਲੱਗਦਾ ਕਿ ਅਗਰ ਅਸੀਂ ਉਹ ਸੇਵਾ ਨਹੀਂ ਕਰ ਪਾ ਰਹੇ ਤਾਂ ਅਸੀਂ ਮਾਂ ਬੋਲੀ ਦੀ ਸੇਵਾ ਕਰ ਸਕਦੇ ਹਾਂ, ਅਸੀਂ ਕਿਸੇ ਹੋਰ ਤਰੀਕੇ ਦੀ ਸੇਵਾ ਕਰ ਸਕਦੇ ਹਾਂ। ਪਰ ਜਦੋਂ ਸਮੇਂ ਦੀ ਲੋੜ ਨੂੰ ਦੇਖਿਆ, ਸਮੇਂ ਦੀ ਲੋੜ ਇਹ ਲੱਗੀ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੁਣ ਅੱਜ ਦੀ ਡੇਟ ਪਰ ਗੁਰੂ ਨਾਨਕ ਮੋਦੀਖਾਨੇ ਦੀ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਵਿਚਾਲੇ ਛੱਡ ਦੋਗੇ? ਨਹੀਂ, ਦੇਖੋ ਅਸੀਂ ਵਿਚਾਲੇ ਨਹੀਂ ਛੱਡੀ, ਅਸੀਂ ਗੁਰੂ ਨਾਨਕ ਮੋਦੀਖਾਨੇ ਦੀ ਅੱਜ ਵੀ ਸਮਰਪਿਤ ਹਾਂ। ਜਦੋਂ ਉੱਥੇ ਬੋਰਡ ਲੱਗੇ ਸੀ ਕਿ ਜਿੰਦੂ ਸਿਰਫ ਬਹਾਨਾ ਹੈ, ਗੁਰੂ ਨਾਨਕ ਮੋਦੀਖਾਨਾ ਹੀ ਨਿਸ਼ਾਨਾ ਹੈ, ਉਦੋਂ ਸਾਰੀ ਟੀਮ ਜਦ ਹੀ ਉੱਥੇ ਪਹੁੰਚ ਗਈ ਸੀ ਕਿ ਵੀ ਇੱਥੇ ਤਾਲੇ ਕਿਉਂ ਲੱਗੇ ਆ, ਜਦ ਕਿ ਉਸ ਤੋਂ ਅਸੀਂ 1.5-2 ਮਹੀਨੇ ਪਹਿਲਾਂ ਅਲੱਗ ਹੋ ਚੁੱਕੇ ਸੀਗੇ। ਫਿਰ ਵੀ ਅਸੀਂ ਉੱਥੇ ਪਹੁੰਚ ਕੇ ਇੰਨੀ ਗੱਲ ਕਹੀ ਕਿ ਇਹ ਬੰਦ ਨਹੀਂ ਹੋਣਾ ਚਾਹੀਦਾ। ਤੁਹਾਨੂੰ ਅਗਰ ਕੋਈ ਧਮਕੀ ਦੇ ਰਿਹਾ ਜਾਂ ਤੁਹਾਡੇ ਤੇ ਕੋਈ ਐਕਸ਼ਨ ਲੈ ਰਿਹਾ, ਪੁਰਾਣੀ ਟੀਮ ਜਿਹੜੀ ਨਵੀਂ ਟੀਮ ਹੈ ਉਹਦੀ ਪਿੱਠ ਥਾਪੜਨ ਵਾਸਤੇ ਨਵੀਂ ਟੀਮ ਪਹੁੰਚ ਗਈ ਹੈ, ਇਹਨੂੰ ਖੋਲੋ ਤੇ ਸ਼ੁਰੂ ਕਰੋ। ਤੇ ਇਸ ਕਰਕੇ ਅਸੀਂ ਪਿੱਛੇ ਜਿੰਦੂ ਜੀ ਤੋਂ ਜ਼ਰੂਰ ਹੋਏ ਸੀ, ਗੁਰੂ ਨਾਨਕ ਮੋਦੀਖਾਨੇ ਤੋਂ ਨਹੀਂ ਹੋਏ। ਗੁਰੂ ਨਾਨਕ ਮੋਦੀਖਾਨਾ ਅੱਜ ਵੀ ਸਮਰਪਿਤ ਹੈ। ਸਾਨੂੰ ਜਦੋਂ ਵੀ ਕੋਈ ਫੋਨ ਆਉਂਦਾ ਗੁਰੂ ਨਾਨਕ ਮੋਦੀਖਾਨੇ ਤੋਂ ਦਵਾਈ ਲੈਣ ਵਾਸਤੇ ਜਾਂ ਦਵਾਈ ਸਸਤੀ ਪੁੱਛਣ ਵਾਸਤੇ, ਅਸੀਂ ਅੱਜ ਵੀ ਗੁਰੂ ਨਾਨਕ ਮੋਦੀਖਾਨੇ ਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਉੱਥੇ ਜਾ ਕੇ ਲਓ, ਉੱਥੇ ਦਵਾਈ ਸਸਤੀ ਮਿਲਦੀ ਹੈ। ਪੁਰਾਣੀ ਤੇ ਨਵੀਂ ਟੀਮ ਦਾ ਕੀ ਮਾਮਲਾ ਹੈ ਜੀ? ਬਾਰ-ਬਾਰ ਸਵਾਲ ਉੱਠਦੇ ਜੀ, ਪੁਰਾਣੀ ਟੀਮ ਤਾਂ ਨਵੀਂ ਟੀਮ, ਇਹ ਹੈ ਕੀ ਚੱਕਰ ਕੀ ਹੈ? ਦੇਖੋ, ਸਾਨੂੰ ਇਹ ਕਹਿ ਕੇ ਉਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਡੀ ਜਿਹੜੀ ਮੈਨੇਜਮੈਂਟ ਹੈ ਉਹ ਵਧੀਆ ਨਹੀਂ ਹੈਗੀ, ਤੁਸੀਂ ਵਧੀਆ ਤਰੀਕੇ ਨਾਲ ਗੁਰੂ ਨਾਨਕ ਮੋਦੀਖਾਨੇ ਨੂੰ ਚਲਾ ਨਹੀਂ ਪਾ ਰਹੇ। ਜਦ ਕਿ ਟੀਮ ਨੇ ਜਿੰਦੂ ਜੀ ਤੋਂ ਸਵਾਲ ਕੀਤਾ ਸੀ ਕਿ ਗੁਰੂ ਨਾਨਕ ਮੋਦੀਖਾਨੇ ਦੇ ਵਿੱਚ ਜਿਹੜੀ ਕਮੀਆਂ ਆ ਰਹੀਆਂ, ਜਿਹੜੀਆਂ ਮੈਨੇਜਮੈਂਟ ਦੇ ਵਿੱਚ ਕਮੀਆਂ ਆ ਰਹੀਆਂ, ਉਹ ਆਪਾਂ ਪੂਰੀਆਂ ਕਰਨੀਆਂ ਨੇ। ਉਹਨਾਂ ਨੇ ਪੂਰੀਆਂ ਤਾਂ ਕੀ ਕਰਨੀਆਂ ਸੀ, ਟੀਮ ਨੂੰ ਉਲਾਂਭੇ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਦੇ ਨਾਲ ਨਵੇਂ ਜਿਹੜੇ ਅਸੀਂ ਕਦੇ ਦੇਖੇ ਵੀ ਨਹੀਂ, ਉਹ ਕਹਿੰਦੇ ਮੇਰੀ ਕੋਰ ਕਮੇਟੀ ਹੈ, ਉਹ ਕਹਿੰਦੇ ਮੇਰੀ ਨਵੀਂ ਟੀਮ ਹੈ, ਨਾਲ ਬਿਠਾ ਕੇ ਪਿੱਛੇ ਉਹਨਾਂ ਨੇ ਜਿਹੜੀ ਕਾਨਫਰੰਸ ਕੀਤੀ, ਅਸੀਂ ਤਾਂ ਕਦੇ ਦੇਖੇ ਵੀ ਨਹੀਂ। ਉਹ ਕਹਿੰਦੇ ਮੇਰੀ ਕੋਰ ਕਮੇਟੀ ਹੈ, ਤੇ ਕੋਰ ਕਮੇਟੀ ਜਿਹੜੀ ਉਹਨਾਂ ਨੇ ਕਿਹਾ ਵੀ ਕੋਰ ਕਮੇਟੀ ਆ, ਉੱਥੋਂ ਤਾਂ ਅੰਮ੍ਰਿਤਪਾਲ ਜੀ ਵੀ ਅਸਤੀਫਾ ਦੇ ਗਏ। ਫਿਰ ਕਾਹਦੀ ਕੋਰ ਕਮੇਟੀ? ਨਵੀਂ ਟੀਮ ਪੁਰਾਣੀ ਟੀਮ ਇਸ ਕਰਕੇ ਕਿਹਾ ਜਾਂਦਾ ਕਿ ਪੁਰਾਣੀ ਟੀਮ ਜਦੋਂ ਜਿੰਦੂ ਜੀ 10 ਦਿਨ ਜਾਂ 15 ਦਿਨ ਜਾਂ ਜਦੋਂ ਵੀ 5 ਦਿਨ 10 ਦਿਨ ਕਦੋਂ ਵੀ ਨਹੀਂ ਆਉਂਦੇ ਸੀ ਗੁਰੂ ਨਾਨਕ ਮੋਦੀਖਾਨੇ ਦੇ ਵਿੱਚ, ਕਿ ਉਦੋਂ ਗੁਰੂ ਨਾਨਕ ਮੋਦੀਖਾਨਾ ਨਹੀਂ ਚੱਲਦਾ ਸੀ, ਬੰਦ ਹੋ ਜਾਂਦਾ ਸੀਗਾ। ਹੁਣ ਜਦੋਂ ਉਹਨਾਂ ਤੇ ਵਿਪਤਾ ਆਈ ਜਾਂ ਕੋਈ ਇਹੋ ਜਿਹੀ ਦਿੱਕਤ ਆਈ, ਉਹ ਉੱਥੋਂ ਦੀ ਚਲੇ ਗਏ, ਗੁਰੂ ਨਾਨਕ ਮੋਦੀਖਾਨਾ ਬੰਦ ਕਰਤਾ। ਨਵੀਂ ਟੀਮ ਜਿਹੜੀ ਉਹਨਾਂ ਨੇ ਬਿਠਾਈ ਨਾਲ ਜਾਂ ਕੋਰ ਕਮੇਟੀ, ਉਹ ਗੁਰੂ ਨਾਨਕ ਮੋਦੀਖਾਨੇ ਨੂੰ ਫਿਰ ਕਿਉਂ ਨਹੀਂ ਚਲਾ ਸਕੀ? ਇਸ ਗੱਲ ਦਾ ਸਾਡਾ ਰੌਲਾ ਹੈ ਕਿ ਨਵੀਂ ਟੀਮ ਕਿਉਂ ਨਹੀਂ ਚਲਾ ਸਕੀ। ਪੁਰਾਣੀ ਟੀਮ ਤਾਂ ਫਿਰ ਵੀ ਚਲਾ ਰਹੀ ਸੀ, ਪਹਿਲਾਂ ਵੀ ਚਲਾ ਰਹੀ ਸੀ, ਅੱਜ ਵੀ ਚਲਾ ਸਕਦੀ ਹੈ। ਪਰ ਜਦੋਂ ਤੁਸੀਂ ਚਲੇ ਗਏ, ਤੁਹਾਡੇ ਤੇ ਪਰਚਾ ਹੋ ਗਿਆ, ਤੁਸੀਂ ਬੰਦ ਕਰਕੇ ਚਲੇ ਗਏ, ਉਦੋਂ ਨਵੀਂ ਟੀਮ ਕਿਉਂ ਨਹੀਂ ਚਲਾ ਸਕੀ? ਉਸ ਗੱਲ ਦਾ ਜਵਾਬ ਅੱਜ ਤੱਕ ਨਹੀਂ ਆਇਆ। ਤਾਂ ਕੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਫਿਰ ਦੁਬਾਰਾ ਤੋਂ ਜਿਹੜਾ ਮੋਦੀਖਾਨਾ ਹੈ ਉਸ ਨੂੰ ਖੋਲ੍ਹਿਆ ਜਾਵੇ ਤੇ ਉਹ ਜਿਹੜਾ ਮੁੜ ਦੁਬਾਰਾ ਜਿਹੜੇ ਐਲੀਗੇਸ਼ਨ ਜਿਹੜੇ ਲੱਗੇ? ਮੋਦੀਖਾਨਾ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਦੁਬਾਰਾ ਖੁੱਲ੍ਹ ਗਿਆ। ਗੁਰੂ ਨਾਨਕ ਸਾਹਿਬ ਦਾ ਮੋਦੀਖਾਨਾ ਤਾਂ ਨਾ ਕਦੇ ਬੰਦ ਹੋਇਆ, ਨਾ ਹੀ ਕਦੇ ਬੰਦ ਹੋ ਸਕਦਾ। ਇਹ ਤਾਂ ਸਾਰਾ ਕੁਝ ਰਾਜਨੀਤੀ ਦੀ ਭੇਟ ਚੜਿਆ ਸੀ। ਤੇ ਜਦੋਂ ਰਾਜਨੀਤੀ ਦੇ ਸੌੜੇ ਹਿੱਤ ਜਦੋਂ ਦਿਖਿਆ ਵੀ ਅੱਗੇ ਮੇਰਾ ਜਿਹੜੀ ਮਨੋਕਾਮਨਾ ਵਾ ਪੂਰੀ ਨਹੀਂ ਹੋਈ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਜਿਹੜਾ ਕਰਨਾ ਸੀ, ਲੋਕ ਸਮਝਦਾਰ ਨੇ, ਲੋਕ ਨਹੀਂ ਬਲੈਕਮੇਲ ਹੋਏ, ਤਾਂ ਦੁਬਾਰਾ ਫੇਰ ਮੁੜ ਧੁੜ ਕੇ ਖੋਤੀ ਜਿਹੜੀ ਆ ਬੋਰਡ ਥੱਲੇ ਆਈ ਆ। ਗੁਰੂ ਨਾਨਕ ਸਾਹਿਬ ਦੀ ਸੇਵਾ ਤਾਂ ਪਹਿਲਾਂ ਵੀ ਚੱਲਦੀ ਸੀ ਤੇ ਹੁਣ ਵੀ ਚੱਲਦੀ ਪਈ ਆ, ਅੱਗੇ ਵੀ ਚੱਲਦੀ ਰਹੇ, ਅੱਗੇ ਵੀ ਚੱਲਦੀ ਰਹੇਗੀ, ਇਹ 'ਚ ਕੋਈ ਸ਼ੱਕ ਨਹੀਂਗਾ। ਦੇਖੋ, ਖੋਲ੍ਹਣ ਨੂੰ ਗੁਰੂ ਨਾਨਕ ਮੋਦੀਖਾਨਾ ਅਸੀਂ ਵੀ ਝੱਟ ਅਗਲੇ ਦਿਨ ਲੱਗ ਖੋਲ੍ਹ ਦਿੰਦੇ, ਪਰ ਮਸਲਾ ਕੀ ਸੀ, ਪਹਿਲੇ ਦਿਨ ਤੋਂ ਅਸੀਂ ਇਹ ਰਿਕੁਐਸਟ ਕੀਤੀ ਕਿ ਗੁਰੂ ਨਾਨਕ ਦੇ ਘਰ ਵਿੱਚ ਕੰਧ ਨਹੀਂ ਕੀਤੀ ਜਾਂਦੀ ਹੁੰਦੀ। ਅਗਰ ਗੁਰੂ ਨਾਨਕ ਮੋਦੀਖਾਨਾ ਸਾਰੀ ਟੀਮ ਨੇ ਮਿਲ ਕੇ ਸ਼ੁਰੂ ਕੀਤਾ ਹੈ ਤਾਂ ਸਾਰੀ ਟੀਮ ਮਿਲ ਕੇ ਇਕੱਠੇ ਚਲਾਵੇ। ਜਦੋਂ ਉਹਨਾਂ ਨੇ ਕਿਹਾ ਵੀ ਥੜੇ ਪੈਰ ਨਾ ਧਰਿਓ, ਮੈਂ ਇਕੱਲੇ ਚਲਾਉਣਾ ਚਾਹੁੰਦਾ, ਤੇ ਵੀ ਫਿਰ ਵੀ ਜੇ ਤੁਸੀਂ ਚਲਾਉਣਾ ਤਾਂ ਮੈਂ ਅਗਲੇ ਦਿਨ ਲੱਗ ਖੋਲ੍ਹ ਲੂੰਗਾ, ਫਿਰ ਵੀ ਤਾਂ ਇਹੀ ਕਿਹਾ ਗਿਆ ਨਾ, ਸਾਨੂੰ ਕਿਹਾ ਗਿਆ ਜੇ ਤੁਸੀਂ ਚਲਾਉਣਾ ਮੈਂ ਅਗਲੇ ਦਿਨ ਲੱਗ ਖੋਲ੍ਹ ਲੂੰ, ਫਿਰ ਵੀ ਤਾਂ ਕੰਧ ਹੁੰਦੀ ਸੀ। ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਤੀ ਕਿ ਤੁਸੀਂ ਚਲਾਉਣਾ ਚਾਹੁੰਦੇ ਹੋ, ਤੁਸੀਂ ਇਹਨੂੰ ਚਲਾਓ, ਪਰ ਸੰਗਤ ਸਾਹਮਣੇ ਜਿਹੜੀ ਹੈ ਪਾਰਦਰਸ਼ਤਾ ਜ਼ਰੂਰ ਰੱਖੋ। ਅਸੀਂ ਟੀਮ ਜਿਹੜੀ ਆ ਪੁਰਾਣੀ ਸਾਈਡ ਤੇ ਹੋ ਜੰਨੇ ਆ,
ਚਾਹੇ ਤੁਸੀਂ ਨਵੀਂ ਟੀਮ ਬਣਾਓ, ਚਾਹੇ ਨਵਾਂ ਫਾਰਮਾਸਿਸਟ ਰੱਖੋ, ਪਰ ਕਿਰਪਾ ਕਰਕੇ ਨਵੇਂ ਵਾਲੇ ਤੇ ਚੋਰੀ ਦਾ ਇਲਜ਼ਾਮ ਲਾ ਕੇ ਗਾਲਾਂ ਨਾ ਕੱਢਿਓ ਜਿਹੜੀ 2 ਮਹੀਨੇ ਤੁਸੀਂ ਹਰਕਤਾਂ ਕੀਤੀਆਂ। ਫਿਰ ਵੀ ਜਿਹੜੇ ਜਨਤਾ ਦਾ ਵਿਸ਼ਵਾਸ ਜਿਹੜਾ ਇੱਕ ਬਣਿਆ ਹੋਇਆ ਹੈ, ਜਦੋਂ ਟੁੱਟਿਆ ਤਾਂ ਫਿਰ ਮੁੜ ਦੁਬਾਰਾ ਤੋਂ ਵਿਸ਼ਵਾਸ ਬਣਨਾ ਕਹਿੰਦੇ ਔਖਾ ਹੁੰਦਾ, ਤਾਂ ਹੁਣ ਕੀ ਦੁਬਾਰਾ ਤੋਂ ਵਿਸ਼ਵਾਸ ਉਹ ਬਣਾਇਆ ਜਾ ਸਕਦਾ ਹੈ ਜਾਂ ਬਣਾਇਆ ਜਾਏਗਾ? ਦੇਖੋ ਜੀ, ਕਿਹੜੀ ਚੀਜ਼ ਨੂੰ ਸੁਧਾਰਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਹਰ ਕਿਸੇ ਦੀ ਗਲਤੀ ਮਾਫ ਕਰਦੇ ਆ, ਹਰ ਕਿਸੇ ਨੂੰ ਮੌਕਾ ਦਿੰਦੇ ਆ। ਕਿਸ ਚੀਜ਼ ਨੂੰ ਸੁਧਾਰਿਆ ਨਹੀਂ ਜਾ ਸਕਦਾ ਜਾਂ ਕਿਸ ਚੀਜ਼ ਦਾ ਮੌਕਾ ਸਾਨੂੰ ਮਿਲਦਾ ਨਹੀਂ। ਜਦੋਂ ਸਾਨੂੰ ਚੰਗੇ ਮੌਕੇ ਮਿਲਦੇ ਆ, ਉਦੋਂ ਸਾਨੂੰ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਉਣਾ ਚਾਹੀਦਾ। ਕੀ ਤੁਹਾਡੇ ਵੱਲੋਂ ਹੁਣ ਮਦਦ ਜ਼ਰੂਰ ਕੀਤੀ ਜਾਏਗੀ ਉਸ ਟੀਮ ਦੇ ਨਾਲ ਰਲ ਕੇ ਉਹ ਮੋਦੀਖਾਨੇ ਨੂੰ ਚਲਾਉਣ ਦੇਖੋ ਦੀ ਜੀ, ਕੋਸ਼ਿਸ਼ ਸਾਨੂੰ ਜਦੋਂ ਮਰਜ਼ੀ ਆਵਾਜ਼ ਮਾਰ ਲੈਣ, ਗੁਰੂ ਨਾਨਕ ਮੋਦੀਖਾਨੇ ਵਾਸਤੇ ਆਪਣੀ ਜਾਨ ਦੇਣ ਨੂੰ ਤਿਆਰ ਆ। ਤਾਂ ਬਿਲਕੁਲ ਇਹ ਸਨ ਪ੍ਰਿੰਸ ਔਰ ਦਿਵਜੋਤ, ਜਿਹੜੇ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਨੇ। ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਮੋਦੀਖਾਨਾ, ਗੁਰੂ ਨਾਨਕ ਮੋਦੀਖਾਨਾ ਜਿਹੜਾ ਚਲਾਇਆ ਜਾ ਰਿਹਾ ਸੀ, ਕੁਝ ਵਿਵਾਦ ਜ਼ਰੂਰ ਉੱਠਿਆ ਸੀ, ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਫੰਡ ਹੈ ਉਹ ਸਹੀ ਤਰੀਕੇ ਦੇ ਨਾਲ ਲੱਗਦਾ ਪਿਆ ਹੈ ਜਾਂ ਨਹੀਂ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਉਹ ਮੈਂਬਰ ਜਿਹੜੇ ਨੇ ਗੁਰੂ ਨਾਨਕ ਮੋਦੀਖਾਨੇ ਦੇ ਜਿਹੜੇ ਮੈਂਬਰ ਨੇ, ਅਗਰ ਉਹ ਇਹਨਾਂ ਨੂੰ ਆਵਾਜ਼ ਲਗਾਉਂਦੇ ਨੇ ਤਾਂ ਮਦਦ ਲਈ ਉਹ ਜ਼ਰੂਰ ਪਹੁੰਚਣਗੇ। ਵੀਡੀਓ ਜਰਨਲਿਸਟ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।